उम्मीद है कि सारे खुश ने सैटल्ड ने अपने इस लॉकडाउन के एटमोसफेयर ਦੇ ਵਿੱਚ because there is no other way. This is the only way to be at home and be safe. ਤੇ ਅੱਜ ਜੋ ਸਾਡੇ ਕੋਲ ਟੌਪਿਕ ਹੈ ਕਿ ਕਨਫੈਸ਼ਨ ਦੇ ਬਾਰੇ ਇਹ ਜੋ ਕਨਫੈਸ਼ਨ ਦਾ ਸੈਕਰਮੈਂਟ ਹੈ ਐਂਡ ਜੋ ਇਹ ਆਪਣੀ ਵਿਲੱਖਣਤਾ ਹੈ ਕੈਥੋਲਿਕ ਚਰਚ ਦੀ, ਇਟ ਇਜ਼ ਮੋਸਟਲੀ ਕੁਐਸਚਨੇਬਲ। ਇਹ ਹਮੇਸ਼ਾ ਕੀ ਕਹਿੰਦੇ ਨੇ ਵਿਵਾਦ ਦਾ ਮੁੱਦਾ ਹੁੰਦਾ। ਵਿਵਾਦ ਦਾ ਮੁੱਦਾ ਨੋਟ ਓਨਲੀ ਜਿਹੜੇ ਬਾਕੀ ਆਪਣੇ ਮਿਸ਼ਨ ਵਾਲੇ ਨੇ, ਈਵਨ ਸਾਡੇ ਵਿਚਕਾਰ ਹੀ ਸਪੈਸ਼ਲੀ ਜਿਹੜੀ ਯੂਥ ਹੈ ਜਾਂ ਫਿਰ ਥੋੜੇ ਮਿਡਲ ਏਜ ਦੇ ਹੋਣਗੇ, ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਵਾਈ ਸ਼ੁੱਡ ਬੀ ਕਨਫੈਸ ਕਿਉਂ ਕਰਨਾ ਹੈ ਤੇ ਕਰਨਾ ਵੀ ਕਿਹਨੂੰ ਹੈ। ਟੂ ਏ ਪ੍ਰੀਸਟ ਜੋ ਕਿ ਆਪ ਹਿਊਮਨ ਬੀਇੰਗ ਹੈ। ਹੁਣ ਮੇਰੀ ਪੈਰਿਸ਼ ਵਿੱਚ ਮੰਨ ਲਓ ਕੋਈ ਸੋਚ ਰਿਹਾ ਕਿ ਮੇਰੀ ਪੈਰਿਸ਼ ਦਾ ਜੋ ਪੈਰਿਸ਼ ਪ੍ਰੀਸਟ ਹੈ, ਹੀ ਇਜ਼ ਆਲਵੇਜ਼ ਐਂਗਰੀ। ਜਦੋਂ ਵੀ ਦੇਖੋ ਐਨ ਉੜ ਕੇ ਪੈਂਦਾ ਵਾ, ਹੈਨਾ, ਦ ਵਨ ਟਰਮ ਇਜ਼ ਯੂਜ਼ ਟੂ ਉੜ ਕੇ ਪੈਂਦਾ ਵਾ। ਤੇ ਹੁਣ ਮੈਂ ਇਸ ਉੱਡ ਕੇ ਪੈਂਦੇ ਪ੍ਰੀਸਟ ਦੇ ਕੋਲ ਜਾ ਕੇ ਮੈਂ ਕਿਉਂ ਕਨਫੈਸ ਕਰਾਂ ਕਿ ਮੈਨੂੰ ਗੁੱਸਾ ਬਹੁਤ ਆਉਂਦਾ ਵਾ ਜਾਂ ਮੈਂ ਕਿਸੇ ਨੂੰ ਗੁੱਸਾ ਕੀਤਾ। ਕੁਐਸਚਨ ਨੋ ਕਿ somewhat we are in same, he also does mistake, I also do mistake, why should go and confess। ਫਿਰ ਉਸ ਤੋਂ ਬਾਅਦ ਅਗਲਾ ਇੱਕ ਜੋ ਸਾਡੇ ਦੂਸਰੇ ਮਿਸ਼ਨ ਵਾਲੇ ਜੋ ਭੈਣ ਭਰਾ ਸਾਨੂੰ ਕਹਿੰਦੇ ਨੇ ਕਿ ਸੰਤ ਯਾਕੂਬ ਦਾ ਪੱਤਰ 5 ਬਾਬ ਦੀ 16 ਐਤ ਵਿੱਚ ਲਿਖਿਆ ਹੈ ਕਿ ਤੁਸੀਂ ਇੱਕ ਦੂਜੇ ਦੇ ਅੱਗੇ ਆਪਣੇ ਗੁਨਾਹ ਸਵੀਕਾਰ ਕਰੋ ਅਤੇ ਤੁਹਾਡੇ ਪਾਪ ਮਾਫ ਹੋ ਜਾਣਗੇ। ਜ਼ਿਕਰ ਇੱਕ ਦੂਜੇ ਸਾਹਮਣੇ ਕਰਨਾ ਹੈ ਤੇ ਆਪਣਾ ਸਭ ਤੋਂ ਬੈਸਟ ਫਰੈਂਡ ਲੱਭੋ, ਉਹਦੇ ਸਾਹਮਣੇ ਬੈਠੋ, ਹੁਣ ਆਪਣੇ ਗੁਨਾਹ ਦੱਸੋ, ਥਿੰਗ ਇਜ਼ ਓਵਰ। ਆਪਾਂ ਕਿਉਂ ਪ੍ਰੀਸਟ ਨੂੰ ਲੱਭਾਂਗੇ, ਕਨਫੈਸ਼ਨ ਲਈ ਜਾਵਾਂਗੇ ਤੇ ਆਪਣੀ ਪੈਰਿਸ਼ ਵਿੱਚ ਸਪੈਸ਼ਲੀ ਵੇਟ ਕਰਨੀ ਪੈਂਦੀ ਹੈ ਕਦੋਂ ਕੋਈ ਹੋਰ ਫਾਦਰ ਆਊਗਾ ਇਤਰਾਫ ਕਰਨ ਦੇ ਲਈ। ਕਿਉਂਕਿ ਜੋ ਘਰ ਦਾ ਜੋਗੀ ਜੋਗ ਹੀ ਰਹਿੰਦਾ ਨਾ, ਤੇ ਬਾਹਰਲਾ ਜੋਗੀ ਕੀ ਹੁੰਦਾ, ਉਹ ਸਿੱਧ ਹੁੰਦਾ ਹੈ ਕਿਉਂਕਿ ਬਾਹਰਲਾ ਆ ਗਿਆ। ਪਰ ਐਕਚੁਅਲੀ ਇੱਥੇ ਇਹ ਵੀ ਨਹੀਂ ਚੀਜ਼ ਅਪਲਾਈ ਹੁੰਦੀ। ਅਪਲਾਈ ਕੀ ਹੁੰਦਾ ਕਿ ਜਿਹੜਾ ਆਪਣੇ ਹੀ ਫਾਦਰ ਦੇ ਕੇ ਕਨਫੈਸ ਕੀਤਾ ਤੇ ਮੁੜ ਕੇ ਸ਼ਾਇਦ ਪੁੱਛ ਨਾ ਲਵੇ ਕਿ ਹਾਂਜੀ ਤੂੰ ਤਾਂ ਬੋਲਿਆ ਸੀ ਚੋਰੀ ਕੀਤੀ, ਕਿਵੇਂ, ਕਿਉਂ। ਪਰ ਜਿਹੜਾ ਬਾਹਰਲਾ ਹੈ ਉਹ ਆਲਰੇਡੀ ਇਸ ਕਮਿੰਗ ਟੂ ਇੱਕ ਮਿਸ ਫਾਦਰ ਹੈ ਨਹੀਂ ਹੈ ਤੇ ਉਹਦੀ ਜਗ੍ਹਾ ਆਇਆ, ਉਹ ਕਰਕੇ ਚਲੇ ਜਾਏਗਾ। ਉਹਨੂੰ ਕੋਈ ਬੋਦਰੇਸ਼ਨ ਨਹੀਂ ਹੈ ਕਿ ਤੂੰ 5 ਰੁਪਏ ਦੀ ਚੋਰੀ ਕੀਤੀ ਜਾਂ 500 ਦੀ ਚੋਰੀ ਕੀਤੀ। ਇਟ ਇਜ਼ ਓਕੇ। ਸੋ ਦਿਸ ਆਰ ਦਾ ਮੇਰੇ ਖਿਆਲ ਨਾਲ ਜਿੱਥੇ ਤੱਕ ਮੈਂ ਇਸ ਟੌਪਿਕ ਨੂੰ ਡਿਗ ਕਰ ਪਾਇਆ ਵਾਂ, ਦਿਸ ਆਰ ਦਾ ਥਿੰਗਸ ਜੋ ਕਿ ਸਾਡੇ ਮਨ ਦੇ ਵਿੱਚ ਯੂਜਲੀ ਹੁੰਦੀਆਂ ਨੇ, ਪਰ ਆਪਾਂ ਕਿਸੇ ਨੂੰ ਪੁੱਛਦੇ ਨਹੀਂ ਜਾਂ ਕਿਸੇ ਨਾਲ ਆਪਾਂ ਵਿਚਾਰ ਵਟਾਂਦਰਾ ਨਹੀਂ ਕਰਦੇ, ਕਿਉਂਕਿ ਸਾਨੂੰ ਲੱਗਦਾ ਕਿ ਵਿਚਾਰ ਵਟਾਂਦਰਾ ਜਦੋਂ ਲੈਵਲ ਵਧੇਗਾ ਤੇ ਮੋਸਟਲੀ ਸਾਨੂੰ ਇੱਕ ਪ੍ਰੀਸਟ ਦੇ ਸਾਹਮਣੇ ਹੀ ਜਾਣਾ ਪਏਗਾ। ਹੁਣ ਜਿਸ ਪ੍ਰੀਸਟ ਤੋਂ ਟੌਪਿਕ ਸ਼ੁਰੂ ਹੋ ਰਿਹਾ, ਹੁਣ ਉਸੇ ਪ੍ਰੀਸਟ ਦੇ ਸਾਹਮਣੇ ਜਾ ਕੇ ਪੁੱਛਾਂਗੇ ਕਿ ਫਾਦਰ ਗੁਨਾਹ ਤਾਂ ਤੁਸੀਂ ਵੀ ਕਰਦੇ ਹੋ ਤੇ ਵਾਈ ਸ਼ੁਡ ਆਈ ਕਨਫੈਸ ਸਿਨਸ ਟੂ ਯੂ। ਤੇ ਉੱਥੇ ਆ ਕੇ ਇੱਕ ਬਲੌਕ ਹੋ ਜਾਂਦਾ ਕਿ ਰਹਿਣ ਦੇ ਯਾਰ, ਛੱਡੋ ਪਰੇ, ਵੀ ਲੀਵ ਇਟ। ਬਟ ਆਈ ਥਿੰਕ somewhat as a young father and as a priest, ਇਹ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਡੇ ਨਾਲ ਜੋ ਮੇਰਾ ਪਰਸਨਲ ਐਕਸਪੀਰੀਅੰਸ ਹੈ, ਇਹ ਨਹੀਂ ਕਿ ਮੈਂ ਜੋ ਕਿਤਾਬਾਂ 'ਚ ਪੜ੍ਹਿਆ ਵਾ ਜਾਂ ਜੋ ਆਪਣੀ ਫੋਰਮ 'ਚ ਸਿੱਖਿਆ, ਜੋ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਹੈ, ਆਈ ਥਿੰਕ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਸਭ ਤੋਂ ਪਹਿਲਾਂ ਅਗਰ ਇਤਰਾਫ ਦੇ ਸੈਕਰਮੈਂਟ ਦੀ ਉਹ ਡੂੰਘਾਈ ਸਮਝਣੀ ਹੈ ਤਾਂ ਉਤਪਤ ਦਾ ਗ੍ਰੰਥ ਹੈ, ਉਸ ਦੀ ਸਟਾਰਟਿੰਗ ਨੂੰ ਬੜੀ ਚੰਗੀ ਤਰ੍ਹਾਂ ਪੜ੍ਹਨਾ ਪਏਗਾ। ਜਦੋਂ ਆਦਮ ਅਤੇ ਹਵਾ ਨੇ ਗੁਨਾਹ ਕੀਤਾ, ਲੁਕ ਗਏ, ਕੱਪੜੇ ਬਣਾ ਲਏ, ਤੇ ਪ੍ਰਭੂ ਆਇਆ। ਪ੍ਰਭੂ ਉਸ ਅਦਨ ਬਾਗ ਵਿੱਚ ਆ ਕੇ ਉਸਨੇ ਸਭ ਤੋਂ ਪਹਿਲਾ ਸਵਾਲ ਕੀ ਪੁੱਛਿਆ ਸੀ, ਆਦਮ ਤੂੰ ਕਿੱਥੇ ਹੈ। ਹੁਣ ਇਹ ਨਹੀਂ ਸੀ ਕਿ ਖੁਦਾ ਤੋਂ ਲੁਕਿਆ ਹੋਇਆ ਸੀ, ਲੁਕਣ ਮਿੱਟੀ ਖੇਡ ਰਹੇ ਸੀ ਕਿ ਆਦਮ ਤੂੰ ਕਿੱਥੇ ਹੈ, ਆਦਮ ਤੂੰ ਕਿੱਥੇ ਹੈ। ਖੁਦਾ ਨੂੰ ਪਤਾ ਸੀ ਕਿ ਆ ਬੈਠਾ ਇੱਥੇ ਆਦਮ, ਪਰ ਖੁਦਾ ਦੇ ਪੁੱਛਣ ਦਾ ਮਤਲਬ ਇਹ ਸੀ ਕਿ ਮੈਂ ਤੈਨੂੰ ਇੰਨਾ ਪਿਆਰ ਕੀਤਾ, ਇੰਨਾ ਤੈਨੂੰ ਸਭ ਕੁਝ ਦਿੱਤਾ, ਤੇ ਹੁਣ ਤੂੰ ਆਪਣੇ ਆਪ ਨੂੰ ਵੱਡਾ ਬਣਾਉਣ ਲਈ ਕਿੱਥੇ ਚਲਾ ਗਿਆ, ਕਿੱਥੇ ਡਿੱਗ ਗਿਆ, ਕਿੱਥੇ ਮੈਂ ਤੈਨੂੰ ਆਪਣੇ ਬੇਟਾ ਹੋਣ ਦਾ ਰੁਤਬਾ ਦਿੱਤਾ, ਤੂੰ ਮੇਰੇ ਨਾਲ ਤੁਰਦਾ ਸੀ, ਤੈਨੂੰ ਕੋਈ ਨਹੀਂ ਰੋਕਦਾ ਸੀ, ਤੂੰ ਮੇਰੇ ਨਾਲ ਸੀ, ਫਰਿਸ਼ਤੇ ਵੀ ਮੇਰੇ ਨਾਲ ਨਹੀਂ ਤੁਰ ਸਕਦੇ ਸੀ। ਉਹ ਮੇਰੇ ਅੱਗੇ ਗੋਡੇ ਭਾਰ ਹੋ ਕੇ ਆਪਣਾ ਮੱਥਾ ਟੇਕ ਕੇ ਕਹਿੰਦੇ ਸੀ ਹਾਲੇਲੂਇਆ ਪ੍ਰਭੂ, ਤੂੰ ਹੀ ਸੈਨਾਵਾਂ ਦਾ ਪ੍ਰਭੂ ਹੈ, ਪਰ ਤੈਨੂੰ ਇਹ ਰੁਤਬਾ ਸੀ ਕਿ ਤੂੰ ਮੇਰੇ ਨਾਲ ਚੱਲਦਾ।
ਉਹ ਤੇਰਾ ਰੁਤਬਾ ਸੀ ਤੇ ਹੁਣ ਕਿੱਥੇ ਤੂੰ ਲੁਕਿਆ ਬੈਠਾ? ਇਹ ਪੁੱਛਦਾ ਹੈ ਕਿ ਆਦਮ ਤੂੰ ਕਿੱਥੇ ਹੈ? ਕਿੱਥੇ ਹੁੰਦਾ ਉਹ ਲੁਕਿਆ ਹੁੰਦਾ? ਤਦ ਖੁਦਾ ਇਹ ਨਹੀਂ ਪੁੱਛ ਰਿਹਾ ਤੂੰ ਕਿੱਥੇ ਲੁਕਿਆ ਵਾ। ਪ੍ਰਭੂ ਇਹ ਪੁੱਛਦਾ ਹੈ ਕਿ ਤੂੰ ਆਪਣੀ ਗਿਰਾਵਟ ਨੂੰ ਪਹਿਚਾਨਦਾ ਜਾਂ ਨਹੀਂ ਪਹਿਚਾਨਦਾ। ਜੇਕਰ ਉਸ ਟਾਈਮ ਉਹ ਕਹਿ ਦਿੰਦਾ ਕਿ ਪ੍ਰਭੂ ਮੈਂ ਤੇਰੇ ਫਜ਼ਲ ਤੋਂ ਡਿੱਗ ਗਿਆ, ਮੇਰੇ ਤੋਂ ਗਲਤੀ ਹੋ ਗਈ, ਤਾਂ ਸ਼ਾਇਦ ਮਨੁੱਖਤਾ ਅਦਨ ਬਾਗ ਤੋਂ ਕਦੇ ਬਾਹਰ ਜਾਂਦੀ ਨਹੀਂ, ਕਦੇ ਨਹੀਂ ਜਾਂਦੀ। ਉਹ ਟਾਈਮਲੀ ਮੋਮੈਂਟਲੀ ਜਿਹੜਾ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਨਾ, ਉਹਦੇ ਕਰਕੇ ਕੀ ਹੋਇਆ, ਜਸਟ ਐਵਰੀਥਿੰਗ ਵੈਂਟ ਆਫ। ਪਰ ਫਿਰ ਵੀ ਦੇਖੋ ਖੁਦਾ ਦਾ ਪਿਆਰ, ਉਸਨੇ ਸਾਨੂੰ ਆਪਣਾ ਮੁਕਤੀਦਾਤਾ ਬਖਸ਼ਿਆ ਤੇ ਮੁਕਤੀਦਾਤਾ ਕੌਣ ਹੈ? ਪ੍ਰਭੂ ਯਿਸੂ ਮਸੀਹ ਹੈ। ਇਹ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਜੋ ਮਾਫੀ ਮੰਗਣ ਦਾ ਸਾਈਕੋਲੋਜੀਕਲੀ ਤੇ ਫਿਜ਼ੀਕਲੀ ਇਹ ਬਹੁਤ ਹੀ ਹੈਵੀ ਹੁੰਦਾ, ਬਹੁਤ ਪ੍ਰਭਾਵ ਪਾਉਂਦਾ। ਜਦੋਂ ਮੈਂ ਆਪਣੀ ਮੇਬੀ 5th ਜਾਂ 6th ਕਲਾਸ ਦੇ ਵਿੱਚ ਸੀ, ਤਦ ਇੱਕ ਟੀਚਰ ਆਉਂਦੇ ਸੀ ਸਰਦਾਰ ਪਰਮਜੀਤ ਸਿੰਘ, ਜੋ ਸਾਨੂੰ ਪੜ੍ਹਾਉਂਦੇ ਸੀ ਮੋਰਲ ਸਾਇੰਸ। ਐਕਚੁਅਲੀ ਉਹ ਮੇਰੇ ਜੋ ਪ੍ਰਿੰਸੀਪਲ ਸੀ ਉਹਨਾਂ ਦੇ ਚਾਚਾ ਜੀ ਜਾਂ ਤਾਇਆ ਜੀ ਸੀ, ਤੋਂ ਉਹਨਾਂ ਨੂੰ ਵੀ ਸੈਲਰੀ ਦੇਣ ਦੇ ਲਈ ਮੇਬੀ ਹੀ ਵਾਸ ਅ ਗੁੱਡ ਮੈਨ, ਉਹਨਾਂ ਨੂੰ ਵੀ ਇੱਕ ਟੀਚਰ ਦੀ ਪੋਸਟ ਦਿੱਤੀ ਸੀ ਤੇ ਉਹਨਾਂ ਦਾ ਸਬਜੈਕਟ ਸੀਗਾ ਮੋਰਲ ਸਾਇੰਸ। ਇੱਕ ਵਾਰ ਉਹ ਆਏ ਤੇ ਉਹਨਾਂ ਨੇ ਸਾਨੂੰ ਇੱਕ ਟੌਪਿਕ ਪੜ੍ਹਾਇਆ ਕਿ two drops of oil that make the life machinery go well। ਦੋ ਤਰਲ ਪਦਾਰਥ ਜੋ ਕਿ ਜ਼ਿੰਦਗੀ ਦੀ ਮਸ਼ੀਨ ਨੂੰ ਆਸਾਨੀ ਨਾਲ ਚੱਲਣ ਵਿੱਚ ਮਦਦ ਕਰਦੇ ਨੇ, ਤੇ ਉਹ ਦੋ ਤਰਲ ਪਦਾਰਥ ਸੀਗੇ ਥੈਂਕ ਯੂ ਐਂਡ ਪਲੀਜ਼। ਤੇ ਜਦੋਂ ਉਹਨਾਂ ਨੇ ਪੜਾਇਆ ਕਿ फर्स्ट क्लास ਸੀ, ਸਾਰਿਆਂ ਨੂੰ ਪੁੱਛ ਰਹੇ ਸੀ ਬੇਟਾ ਆਪਕਾ ਨਾਮ क्या है, ਤੇ मैं तो पूछा बेटा आपका नाम क्या है? मैं सर बीनू जोसेफ। अच्छा आप तो क्रिश्चियन हो? तद मैंने खुद ਨੂੰ ਨਹੀਂ ਪਤਾ ਸੀ ਕਿ ਐਕਚੁਅਲੀ ਉਹਦਾ ਉਸ ਕੁਐਸਚਨ ਦਾ ਮਤਲਬ ਕੀ ਹੈ। ਮੈਂ ਕਿਹਾ ਸਰ ਚਰਚ जाते हैं। ਕਹਿੰਦੇ ਠੀਕ ਹੈ ਓਕੇ। ਫਿਰ ਉਹ ਹੀ ਕੇਮ ਐਂਡ ਹੀ ਸੈਡ ਕਿ ਦੇਖੋ ਬੇਟਾ ਕਿਤਾਬ 'ਚ ਲਿਖਿਆ ਹੈ ਦੋ ਸ਼ਬਦ, ਪਰ ਮੈਂ ਕਹਾਂਗਾ there is 3 ਸ਼ਬਦ, ਪਲੀਜ਼, ਥੈਂਕ ਯੂ ਐਂਡ ਸੌਰੀ। ਤਦ ਅਸੀਂ ਸਾਰੇ ਬੱਚੇ ਕੀ ਕਰਦੇ, ਬੁੱਕਸ 'ਚ ਲੱਭਦੇ ਸੌਰੀ ਕਿੱਥੇ, ਤੇ ਵੀ ਸਰਚ ਇਨ ਦਾ यूनिट, सॉरी तो है नहीं है। देन ਅਸੀਂ ਸਾਰਿਆਂ ਨੇ देखा कि सर जी सॉरी तो इसमें है नहीं है। अरे बेटा अभी तुम्हें नहीं समझ आएगा, पर जब तुम बड़े हो जाओगे ना तब तुम उसको समझोगे। क्लास गोट ओवर लाइक दैट, पर मेरे मन ਦੇ ਵਿੱਚ ਹਮੇਸ਼ਾ ਚੀਜ਼ ਰਹਿ ਗਈ ਕਿ ਸੌਰੀ ਐਕਚੁਅਲੀ ਸ਼ੈ ਹੈ ਕੀ ਹੈ, ਵਾਟ ਇਜ਼ ਸੌਰੀ। फिर 6th 7th मेरा फ्रेंड्स का ग्रुप से, we were 6 people always together। ਤੇ ਇੱਕ ਵਾਰ ਮੈਂ ਮੇਬੀ ਜੋਸ਼ ਦੇ ਵਿੱਚ ਜਾਂ ਆਪਣੀ ਨਦਾਨੀ ਵਿੱਚ ਆਪਣੇ ਇੱਕ ਦੋਸਤ ਨੂੰ, ਰਣਦੀਪ ਭਾਟੀਆ, ਉਸਨੂੰ ਬਹੁਤ ਕੁਝ ਕਿਹਾ। ਲੜਾਈ ਵੀ ਹੋ ਗਈ ਇੱਕ ਤਬਲੇ ਦੇ ਪਿੱਛੇ। ਮੈਨੂੰ ਨਹੀਂ ਪਤਾ ਸੀ ਕਿੱਦਾਂ ਵਜਾਣਾ, ਪਰ ਮੈਨੂੰ ਚਾਹੀਦਾ ਸੀ, ਉਹਦੇ ਕਰਕੇ ਥੋੜੀ ਲੜਾਈ ਹੋ ਗਈ ਤੇ ਵੀ ਸੈਪਰੇਟਡ ਐਂਡ ਮੈਨੀ ਡੇਜ਼ ਮੀਨਸ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ, ਨਹੀਂ ਤਾਂ ਅਸੀਂ ਹਮੇਸ਼ਾ ਇਕੱਠੇ ਬੈਠਦੇ ਸੀ। ਫਿਰ ਮੈਂ ਪਤਾ ਨਹੀਂ ਮੇਰੇ ਮਨ ਦੇ ਵਿੱਚ ਉਹ ਸੌਰੀ ਵਾਲਾ ਘੁੰਮ ਰਿਹਾ ਸੀ। ਤੇ ਇੱਕ ਦਿਨ ਕਿ ਉਹ ਕਲਾਸ 'ਚ ਆ ਰਿਹਾ ਸੀ, ਮੈਂ ਕਲਾਸ 'ਚ ਆਲਰੇਡੀ ਬੈਠਾ ਸੀ, ਤੇ ਮੈਂ ਥੋੜਾ ਜਿਹਾ ਸਾਈਡ ਤੇ ਹੋ ਕੇ ਕਿਹਾ ਸੌਰੀ ਭਾਟੀਆ ਬਹਿ ਜਾ ਯਾਰ। ਆਈ ਡੋਂਟ ਨੋ ਵਾਟ ਵਾਸ ਦ ਮੈਜਿਕ ਇਨ ਦੈਟ ਵਰਡ। ਉਹ ਬੈਠ ਗਿਆ ਤੇ ਬਾਅਦ 'ਚ ਕਹਿੰਦਾ ਏਦਾਂ ਨਾ ਮੁੱਕੇ ਮਾਰਿਆ ਕਰ, ਦਰਦ ਬਹੁਤ ਹੁੰਦੀ ਹੈ। ਵੀ ਸੈਟ ਮੈਂ ਕਹਿ ਰਿਹਾ ਸੀ ਕਿ ਆਈ ਥੋਟ ਨਾ ਇੰਨੇ ਦਿਨਾਂ ਤੋਂ ਇੱਕ ਟੌਪਿਕ ਮੇਰੇ ਮਨ 'ਚ ਚੱਲ ਰਿਹਾ, ਮੈਂ ਤਾਂ ਪੁੱਛੇਗਾ ਤੂੰ ਕਿਉਂ ਲੜਿਆ, ਕੀ ਸੀ, ਇਹ ਸੀ। ਪਰ ਇੱਕ ਸੌਰੀ ਨੇ ਕੀ ਅਜਿਹਾ ਮੈਜਿਕ ਕੀਤਾ that whatever was destroyed suddenly ਇੱਕ ਨਵੀਂ ਚੀਜ਼ ਬਣ ਗਈ। then ਉਸ ਤੋਂ ਬਾਅਦ 6th 7th ਤੋਂ ਬਾਅਦ we come to ਆਪਣਾ sacrament of reconciliation, holy eucharist। ਫਿਰ ਉਹਦੇ ਬਾਰੇ ਜਦੋਂ ਬਾਊ ਸੁੰਦਰ ਜੋਸਫ ਜੀ, ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਨੇ, ਇਜ਼ ਆਈ ਥਿੰਕ ਫਾਦਰ ਔਰ ਰਿਲੇਟਿਵ ਆਫ ਫਾਦਰ ਵਿਲਸਨ ਪੀਟਰ, ਉਹਨਾਂ ਨੇ ਜਦੋਂ ਸਾਨੂੰ ਕੈਟੇਕਿਜ਼ਮ ਪੜ੍ਹਾਇਆ ਤਾਂ ਉਹ ਦੱਸਿਆ ਕਿ ਬੇਟਾ खुदा सब कुछ जानता है ਤੇ खुदा ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਜੋ ਮੇਰੀ ਪੈਰਿਸ਼ ਦੇ ਨੇ, ਜਿਨ੍ਹਾਂ ਨੇ ਮੈਨੂੰ ਪਹਿਲਾਂ ਸੁਣਿਆ, ਉਹਨਾਂ ਨੂੰ ਪਤਾ ਹੋਵੇਗਾ ਕਿ ਮੈਂ ਇੱਕ ਸਟੋਰੀ ਸੁਣਾਉਣਾ ਇੱਕ ਦਾਦੀ ਦੀ, ਕਿ ਜਿਹਦੇ ਘਰ ਵਿੱਚ ਮੁਰਗੀਆਂ ਸੀ। ਬੱਚੇ ਆਉਂਦੇ ਨੇ ਦਾਦੀ ਦੇ ਘਰ, ਸੌਰੀ ਨਾਨੀ ਦੇ ਘਰ ਘੁੰਮਣ ਦੇ ਲਈ, ਤੇ ਜਿਹੜਾ ਮੁੰਡਾ ਹੁੰਦਾ ਉਹ ਥੋੜਾ ਸ਼ਰਾਰਤੀ ਹੁੰਦਾ, ਉਹ ਗੁਲੇਲ ਦੇ ਨਾਲ ਇੱਕ ਮੁਰਗੀ ਦਾ ਸਿਰ ਉਡਾ ਦਿੰਦਾ ਤੇ ਮੁਰਗੀ ਮਰ ਜਾਂਦੀ ਹੈ। ਤੇ ਕੀ ਕਰਦਾ, ਜਲਦੀ ਮੁਰਗੀ ਨੂੰ ਨਾ ਦਬਾ ਦਿੰਦਾ, ਤੇ ਜਦੋਂ ਦਬਾ ਰਿਹਾ ਹੁੰਦਾ ਉਹਦੀ ਸਿਸਟਰ ਦੇਖ ਲੈਂਦੀ ਹੈ ਤੇ ਕਹਿੰਦੀ ਬੇਟਾ ਜੇਕਰ ਮੈਂ ਨਾਨੀ ਨੂੰ ਦੱਸ ਦਵਾਂ ਤਾਂ ਕੀ ਹੋਏਗਾ।
ਤੇ ਮੁੰਡਾ ਸੋਚਦਾ ਯਾਰ ਕੁੱਟ ਤਾਂ ਬਹੁਤ ਪਏਗੀ, ਤੇ ਉਹਨੂੰ ਕਹਿੰਦਾ ਦੇਖ ਮੇਰੀ ਭੈਣ ਬਣ ਕੇ ਇਸ ਬਾਰੇ ਬਿਲਕੁਲ ਨਾ ਦੱਸੀ ਤੂੰ। ਕਹਿੰਦੀ ਠੀਕ ਹੈ, ਫਿਰ ਜੋ ਵੀ ਮੈਂ ਕਹੂੰਗੀ ਤੈਨੂੰ ਕਰਨਾ ਪੈਣਾ। ਕਹਿੰਦਾ ਠੀਕ ਹੈ, ਮੈਂ ਕਰੂੰਗਾ। ਦੈਨ ਵਾਟ ਹੈਪਨਸ, ਕੋਈ ਆਂਦਾ ਗੇਟ ਤੇ, ਬੈਲ ਵੱਜਦੀ ਹੈ, ਨਾਨੀ ਕਹਿੰਦੀ ਹੈ ਕੁੜੀ ਨੂੰ ਸ਼ੀਲਾ ਜਾ ਕੇ ਦਰਵਾਜ਼ਾ ਖੋਲ। ਉਹ ਨਾਲ ਹੀ ਮੁੰਡੇ ਵੱਲ ਦੇਖਦੀ ਹੈ, ਤੇ ਉਹ ਕਹਿੰਦਾ ਕੀ ਮੇਰੇ ਵੱਲ ਕਿਉਂ ਵੇਖ ਰਹੀ ਹੈ? ਕਹਿੰਦੀ ਜਾ ਕੇ ਦਰਵਾਜ਼ਾ ਖੋਲ। ਕਹਿੰਦਾ ਮੈਂ ਨਹੀਂ ਖੋਲਣਾ, ਤੈਨੂੰ ਕਿਹਾ। ਫਿਰ ਨਾ ਏਦਾਂ ਇਸ਼ਾਰਾ ਦਿਖਾਉਂਦੀ ਹੈ ਖੰਭਾਂ ਦਾ, ਮੁਰਗੀ ਦੇ ਖੰਭਾਂ ਦਾ ਨਾ, ਉੱਡਣ ਵਾਲਾ। ਉਹ ਨਾਲ ਹੀ ਸਮਝ ਆਉਂਦਾ ਕਿ ਓਹੋ। ਉਹ ਜਾਂਦਾ ਹੈ, ਦਰਵਾਜ਼ਾ ਖੋਲਣ ਦਾ। ਫਿਰ ਨਾਨੀ ਕਹਿੰਦੀ ਹੈ ਬੇਟੀ ਪਾਣੀ ਲੈ ਕੇ ਆਓ। ਇਹ ਫਿਰ ਨਹੀਂ ਪਾਣੀ ਲੈਣ ਜਾਂਦੀ, ਫਿਰ ਇਹਨੂੰ ਇਸ਼ਾਰਾ ਕਰਦੀ ਹੈ ਚੱਲ ਪਾਣੀ ਲੈ ਕੇ ਆ। ਉਹ ਫਿਰ ਪਾਣੀ ਲੈ ਆਉਂਦਾ। ਉਹ ਤੋਂ ਬਾਅਦ 2 ਦਿਨ ਇਹਦਾ ਨਾ ਟੌਰਚਰ ਚੱਲਦਾ। ਜਿੰਨੇ ਕੰਮ ਉਸ ਕੁੜੀ ਨੇ ਕਰਨੇ ਸੀ ਉਹ ਸਾਰੇ ਕੰਮ ਮੁੰਡੇ ਨੂੰ ਕਰਨੇ ਪੈਂਦੇ ਨੇ। ਐਟ ਲਾਸਟ ਮੁੰਡਾ ਅੱਕ ਜਾਂਦਾ, ਕਹਿੰਦਾ ਯਾਰ ਕੁੱਟ ਪੈਂਦੀ ਪੈ ਲੈਣ ਦੋ, ਮੈਂ ਨਾਨੀ ਨੂੰ ਜਾ ਕੇ ਦੱਸ ਦੇਣਾ। ਫਿਰ ਨਾਨੀ ਜਾ ਕੇ ਕਹਿੰਦਾ ਕਿ ਨਾਨੀ ਤੁਸੀਂ ਮੁਰਗੀ ਲੱਭ ਰਹੇ ਸੀ ਨਾ ਕਿ ਕਿੱਥੇ ਗਈ, ਤੇ ਮੈਂ ਕਿਹਾ ਕਿ ਕੋਈ ਚੁੱਕ ਕੇ ਲੈ ਗਿਆ ਜਾਂ ਉਹ ਉੱਡ ਗਈ ਹੈ। ਐਕਚੁਅਲੀ ਨਾ ਕਿਸੇ ਚੁੱਕਿਆ, ਨਾ ਕਿਸੇ ਨੇ, ਨਾ ਉਹ ਉੱਡੀ ਹੈ। ਮੈਂ ਗੁਲੇਲ ਚਲਾ ਰਿਹਾ ਸੀ, ਉਹਦੇ ਸਿਰ 'ਚ ਵੱਜੀ ਤੇ ਉਹ ਮਰ ਗਈ, ਤੇ ਮੈਂ ਉਹਨੂੰ ਦਫਨਾ ਦਿੱਤਾ। ਤੇ ਨਾਨੀ ਹੱਸਣ ਲੱਗ ਪਈ, ਕਹਿੰਦੀ ਬੇਟਾ ਜਦੋਂ ਤੂੰ ਮੁਰਗੀ ਮਾਰੀ, ਜਦੋਂ ਤੂੰ ਉਹਨੂੰ ਦਫਨਾਇਆ, ਮੈਂ ਕੋਠੇ ਤੇ ਖੜੇ ਸਭ ਕੁਝ ਦੇਖ ਰਹੀ ਸੀ। ਮੈਂ ਇਹ ਵੀ ਦੇਖਿਆ ਕਿ ਤੇਰੀ ਭੈਣ ਨੇ ਆ ਕੇ ਕਿਸੇ ਨੂੰ ਬਲੈਕਮੇਲ ਕੀਤਾ, ਤੇ ਮੈਂ ਦੇਖਣਾ ਚਾਹੁੰਦੀ ਸੀ ਕਿ ਤੂੰ ਕਿੰਨੇ ਦਿਨ ਆਪਣੀ ਭੈਣ ਦੀ ਗੁਲਾਮੀ ਹੇਠ ਰਹੇਗਾ। ਸੋ ਸੇਮ ਵੇ, ਖੁਦਾ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ, ਹੀ ਨੋਸ ਐਵਰੀਥਿੰਗ। ਹੁਣ ਅਸੀਂ ਆਪਣੇ ਗੁਨਾਹਾਂ ਨੂੰ ਬਚਾ ਕੇ ਕੀ ਕਰਦੇ ਹਾਂ? ਮੁਰਗੀ ਲੁਕੋ ਕੇ ਅਸੀਂ ਸ਼ੈਤਾਨ ਦੀ ਗੁਲਾਮੀ ਕਰ ਰਹੇ ਹਾਂ। ਸ਼ੈਤਾਨ ਕਹਿੰਦਾ ਨਹੀਂ ਬੋਲਣਾ ਬੇਟਾ, ਤੇ ਆਪਾਂ ਕਹਿੰਦੇ ਨੋ। ਇਤਰਾਫ ਕਰਨ ਜਾਂਦੇ ਆ, ਉੱਥੇ ਸਾਨੂੰ ਯਾਦ ਹੁੰਦਾ ਹੈ ਕਿ ਇਹ ਗੁਨਾਹ ਅਸੀਂ ਕੀਤਾ ਹੈ। ਉਹਦੇ ਆਪਾਂ ਸ਼ੁਰੂ ਹੋ ਜਾਂਦੇ ਆ, ਮੈਂ ਝੂਠ ਬੋਲਿਆ। ਕਈ ਆਪਣੇ ਗੁਨਾਹ ਨਾ ਰੈਡੀਮੇਡ ਹੁੰਦੇ ਨੇ, ਉਹ ਤੁਸੀਂ ਪਹਿਲੇ ਇਤਰਾਫ ਤੋਂ ਲੈ ਕੇ ਐਂਡ ਵਾਲੇ ਇਤਰਾਫ ਤੱਕ, ਜਦ ਤੱਕ ਹੋਸ਼ ਵਿੱਚ ਇਤਰਾਫ ਕਰੋਗੇ, ਇਹੀ ਗੁਨਾਹ ਚੱਲਦੇ ਰਹਿੰਦੇ ਆ। ਮੈਂ ਚੋਰੀ ਕੀਤੀ, ਮੈਂ ਝੂਠ ਬੋਲਿਆ। ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿਹੜਾ ਗੁਨਾਹ ਦੱਸਦੇ, ਫਿਰ ਨਾਲ ਹੀ ਕਹਿੰਦੇ ਮੈਂ ਵਿਚਾਰ ਵੀ ਕੀਤਾ, ਤੇ ਫਾਦਰ ਇੱਕਦਮ ਹੀ ਦੇ ਰਿਹਾ ਹੈ ਉਮਰ ਕਿੰਨੀ ਹੁੰਦੀ ਹੈ? 8 ਮੇਬੀ 10 ਇਅਰਸ। ਨਹੀਂ ਚਲੀ, ਮੈਂ ਵਿਚਾਰ ਵੀ ਕੀਤਾ, ਹਰਾਮਕਾਰੀ ਵੀ ਕੀਤੀ। ਠੀਕ ਹੈ ਬੇਟਾ, ਤੈਨੂੰ ਪਤਾ ਹਰਾਮਕਾਰੀ ਕੀ ਹੁੰਦੀ ਹੈ? ਬਾਬੂ ਜੀ ਨੇ ਕਲਾਸ ਟਾਈਮ ਸਮਝਾਇਆ ਸੀ। ਮੈਂ ਕਿਹਾ ਯਾਰ ਇਟ ਇਜ਼ ਨਾਟ ਅ ਫਿਕਸਡ ਡਿਪੋਜ਼ਿਟ ਜਿਹੜਾ ਤੁਸੀਂ ਹਰ ਵਾਰ ਇਹਦਾ ਇੰਟਰਸਟ ਲਈ ਜਾਣਾ ਕਿ ਇਹ ਕੀਤਾ, ਇਹ ਕੀਤਾ। ਯੂ ਸ਼ੁਡ ਨੋ ਇਹਦਾ ਸਾਡੇ ਕੋਈ ਗੁਨਾਹ ਹੁੰਦੇ ਨੇ। ਕਈ ਵਾਰ ਕੀ ਹੁੰਦਾ, ਸਾਡੀ ਗਿਲਟ ਕੌਨਸ਼ੀਅਸ ਸਾਨੂੰ ਦੱਸਦੀ ਹੈ ਕਿ ਯਾਰ ਆ ਵੀ ਗੁਨਾਹ ਹੋਇਆ, ਦੱਸੋ। ਤੇ ਮਨ ਵਿੱਚ ਆਉਂਦਾ ਕਿ ਦੱਸਣਾ ਹੈ, ਇੱਥੇ ਤੱਕ ਆ ਜਾਂਦਾ। ਉੱਤੋਂ ਦੀ ਫਿਰ ਦੂਜਾ ਸ਼ੈਤਾਨ ਦਾ ਹਮਲਾ ਆਉਂਦਾ, ਨਾਲ ਹੀ ਅਗਲਾ ਸੈਂਟੈਂਸ ਆਪਣਾ ਆਉਂਦਾ, ਹਾਂ ਤੇ ਫਾਦਰ ਜਿਹੜੇ ਗੁਨਾਹ ਮੈਨੂੰ ਯਾਦ ਨਹੀਂ ਹੈ, ਮੈਨੂੰ ਉਹਨਾਂ ਨੂੰ ਵੀ ਮਾਫੀ ਦੇ ਦਿਓ। ਯਾਦ ਹੈ, ਮਨ ਵਿੱਚ ਘੁੰਮ ਰਿਹਾ ਹੈ, ਪਰ ਆਪਾਂ ਫਾਦਰ ਨੂੰ ਕਹਿ ਰਹੇ ਭਾਜੀ ਮਾਫੀ ਦੇ ਦਿਓ। ਸਾਨੂੰ ਲੱਗਦਾ ਫਾਦਰ ਨੂੰ ਉੱਲੂ ਬਣਾਤਾ। ਇਟ ਇਜ਼ ਨॉट डिफिकल्ट थिंग मैन, यू हाइड, फादर विल नॉट कम टू नो। पर जो खुदा है उस तो कुछ भी लुकिया होया नहीं है, ही नोस एवरीथिंग। कभी भी टाइम कट के पढ़ना, जबूर 28 ਉਹਦੀ 13 ਐਤ ਜ਼ਰੂਰ ਸਾਰੇ ਨੇ ਪੜ੍ਹਨਾ। ਜ਼ਬੂਰ 28 ਉਹ 13 ਐਤ, ਉਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਆਪਣੇ ਗੁਨਾਹਾਂ ਨੂੰ ਲੁਕੋ ਕੇ ਰੱਖੇਗਾ ਉਹ ਕਦੇ ਵੀ ਖੁਦਾ ਦੇ ਰਹਿਮ ਨੂੰ ਹਾਸਲ ਨਹੀਂ ਕਰ ਪਾਏਗਾ। ਜੋ ਵੀ ਆਪਣੇ ਗੁਨਾਹਾਂ ਨੂੰ ਲੁਕੋ ਕੇ ਰੱਖੇਗਾ, ਢੱਕ ਕੇ ਰੱਖੇਗਾ, ਉਹ ਕਦੇ ਵੀ ਖੁਦਾ ਦੇ ਰਹਿਮ ਨੂੰ ਹਾਸਲ ਨਹੀਂ ਕਰ ਪਾਏਗਾ। ਇਸ ਲਈ ਖੁਦਾ ਨੇ ਚੰਗੀ ਤਰ੍ਹਾਂ ਜਾਣਿਆ ਕਿ ਸਭ ਤੋਂ ਪਹਿਲੀ ਆਦਮ ਦੀ ਗਲਤੀ ਕੀ ਸੀ। ਉਹਨੇ ਆਪਣੇ ਗੁਨਾਹ ਨੂੰ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕੀਤੀ ਤੇ ਖੁਦਾ ਤੋਂ ਢੱਕ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਤੇ ਹੋਇਆ ਕਿ ਸਵਰਗੋਂ ਬਾਹਰ ਹੋ ਗਿਆ। ਹੁਣ ਪ੍ਰਭੂ ਯਿਸੂ ਨਹੀਂ ਚਾਹੁੰਦਾ ਸੀ ਕਿ ਦੁਬਾਰਾ ਸਾਡੇ ਨਾਲ ਇਹੀ ਹੋਵੇ, ਤੇ ਪ੍ਰਭੂ ਨੇ ਕੀ ਕੀਤਾ? ਪ੍ਰਭੂ ਨੇ ਇਤਰਾਫ ਦੇ ਸੈਕਰਮੈਂਟ ਦੀ ਸਥਾਪਨਾ ਕੀਤੀ, ਤੇ ਆਮ ਤਰੀਕੇ ਨਾਲ ਨਹੀਂ ਕੀਤੀ। ਉਹ ਆਪਣੇ ਚੇਲਿਆਂ ਵਿੱਚ ਆਏ, ਉਹਨਾਂ ਤੇ ਸਵਾਸ ਫੂਕਿਆ, ਤੇ ਉਹਨਾਂ ਨੂੰ ਕਿਹਾ ਕਿ ਜਿਨ੍ਹਾਂ ਦੇ ਗੁਨਾਹ ਤੁਸੀਂ ਮਾਫ ਕਰੋਗੇ ਉਹ ਮਾਫ ਕੀਤੇ ਜਾਣਗੇ, ਤੇ ਜਿਨ੍ਹਾਂ ਦੇ ਮਾਫ ਨਹੀਂ ਕਰੋਗੇ ਉਹ ਮਾਫ ਨਹੀਂ ਹੋਣਗੇ। ਇਹ ਖੁਦਾ ਨੇ ਇੱਕ ਨੇਮ ਬੰਨ ਲਿਆ ਜਿਹਦੇ ਵਿੱਚੋਂ ਕੀ ਹੈ, ਜੋ ਹਿਊਮਨ ਐਸਪੈਕਟ ਹੈ, ਮਨੁੱਖ ਹੈ, ਉਹ ਜ਼ੀਰੋ ਹੋ ਚੁੱਕਾ ਹੈ। ਹੁਣ ਜਦੋਂ ਇੱਕ ਫਾਦਰ ਇਤਰਾਫ ਸੁਣਦੇ ਨੇ, ਤਦ ਫਾਦਰ ਬੀਨੂ ਜੋਸਫ ਜਾਂ ਫਾਦਰ ਵਿਲਸਨ ਜਾਂ ਫਾਦਰ ਜੇਮਸ ਚਾਕੋ ਜਾਂ ਫਾਦਰ ਐਂਟਨੀ ਨਹੀਂ ਇਤਰਾਫ ਸੁਣ ਰਹੇ। ਉਹ ਕੀ ਹੁੰਦਾ, ਪ੍ਰਭੂ ਯੀਸ਼ੂ ਆਪ ਉਸ ਇਤਰਾਫ ਨੂੰ ਸੁਣ ਰਿਹਾ। ਲੁਕਿਆ ਹੋਇਆ ਤਾਂ ਕੋਈ ਕੁਝ ਨਹੀਂ ਹੈ, ਪਰ ਉਹ ਕੀ ਦੇਖਣਾ ਚਾਹੁੰਦੇ? ਦਿਲ ਦੀ ਚੰਗਿਆਈ। ਉਹ ਐਕਚੁਅਲੀ ਇਤਰਾਫ ਵਿੱਚ ਸਾਡੇ ਤੋਂ ਪੁੱਛ ਰਿਹਾ ਹੈ ਕਿ ਪ੍ਰਦੀਪ ਤੂੰ ਕਿੱਥੇ ਹੈ, ਸੁਮੀਨ ਤੂੰ ਕਿੱਥੇ ਹੈ। ਹੁਣ ਜੇਕਰ ਤੁਸੀਂ ਨੇਕ ਇਤਰਾਫ ਕਰੋਗੇ ਤਾਂ ਤੁਹਾਡਾ ਜਵਾਬ ਹੋਏਗਾ ਕਿ ਪ੍ਰਭੂ ਮੈਂ ਇੱਥੇ ਡਿੱਗ ਗਿਆ, ਮੇਰੇ ਤੋਂ ਗਲਤੀ ਹੋ ਗਈ। ਤੇ ਪ੍ਰਭੂ ਕਹੇਗਾ ਕੋਈ ਗੱਲ ਨਹੀਂ, ਆ ਜਾ, ਤੂੰ ਮੇਰੇ ਨਾਲ ਤੁਰ। ਤੇ ਜੇਕਰ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰੋਗੇ, ਫਿਰ ਕਵਾਂਗੇ ਪ੍ਰਭੂ ਮੈਂ ਤਾਂ ਨੰਗਾ ਤੇ ਮੈਂ ਲੁਕਿਆ ਹੋਇਆ ਸੀ, ਮੈਂ ਤੁਹਾਡੇ ਸਾਹਮਣੇ
ਨਹੀਂ ਆ ਰਿਹਾ ਤੇ ਪ੍ਰਭੂ ਕਹੇਗਾ ਤੁਸੀਂ ਮੇਰੇ ਤੋਂ ਕੀ ਲੁਕੋ ਰਹੇ ਹੋ ਯਾਰ, ਆਈ ਨੋ ਐਵਰੀਥਿੰਗ। ਤੇ ਖੁਦਾ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਤੇ ਜੇਕਰ ਖੁਦਾ ਤੋਂ ਕੁਝ ਲੁਕਿਆ ਹੋਇਆ ਨਹੀਂ ਹੈ ਤੇ ਉਹਨੂੰ ਲੁਕਾਉਣ ਦੀ ਕੋਸ਼ਿਸ਼ ਹੀ ਕਿਉਂ ਕਰਨੀ ਹੈ? ਵੀ ਆਲ ਡੂ ਮਿਸਟੇਕਸ। 14 ਮੁਕਾਮ ਜੇ ਧਿਆਨ ਨਾਲ ਆਪਾਂ ਪੜ੍ਹੀਏ, ਪ੍ਰਾਰਥਨਾ ਕਰੀਏ, ਤਾਂ ਉਹਦੇ ਵਿੱਚ 3 ਵਾਰ ਯਿਸੂ ਗਿਰੇ, ਪਰ ਯਿਸੂ ਗਿਰ ਕੇ ਉੱਥੇ ਹੀ ਨਹੀਂ ਰਹੇ, ਉਹ ਉੱਠੇ ਅਤੇ ਸਲੀਬੀ ਕੁਰਬਾਨੀ ਵੱਲ ਗਏ। ਉਹ ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਨੇ, ਉਹ ਗਲਤੀਆਂ ਗਿਰਾਵਟ ਹੈ, ਪਰ ਉਹ ਚ ਗਿਰੇ ਨਹੀਂ ਰਹਿਣਾ। ਉੱਠੋ ਅਤੇ ਪਾਕ ਮਾਸ ਦੀ ਕੁਰਬਾਨੀ ਵੱਲ ਜਾਓ। ਕਲਵਰੀ ਦੀ ਕੁਰਬਾਨੀ ਕਿਹੜੀ ਹੈ? ਪਾਕ ਮਾਸ ਦੀ ਕੁਰਬਾਨੀ ਹੈ। ਉੱਠੋ, ਇਤਰਾਫ ਕਰੋ ਅਤੇ ਉਸ ਸਫ਼ਰ ਨੂੰ ਚਾਲੂ ਰੱਖੋ ਤਾਂ ਜੋ ਤੁਸੀਂ ਉਸ ਸੈਕਰਮੈਂਟ ਨੂੰ ਯੋਗ ਢੰਗ ਦੇ ਨਾਲ ਕਬੂਲ ਸਕੋ। ਹੁਣ ਅਗਲਾ ਜੋ ਸਾਡਾ ਸਭ ਤੋਂ ਜ਼ਰੂਰੀ ਹੈ, ਸੰਤ ਯਹੋਨਾ ਦਾ ਪਹਿਲਾ ਪੱਤਰ 1:9 ਉਹਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਆਪਣੇ ਗੁਨਾਹਾਂ ਨੂੰ ਮੰਨਾਂਗੇ, ਕਬੂਲਾਂਗੇ, ਤੌਬਾ ਕਰਾਂਗੇ, ਤਾਂ ਖੁਦਾ ਮਿਹਰਬਾਨ, ਖੁਦਾ ਨਿਆਂ ਪਸੰਦ, ਉਹ ਸਾਨੂੰ ਮਾਫ ਕਰੇਗਾ ਅਤੇ ਸਾਨੂੰ ਨਿਰੋਇਆ ਕਰੇਗਾ। ਸਾਡੇ ਗੁਨਾਹ ਦਾ ਕੀ ਹੁੰਦਾ ਹੈ ਸਾਈਕੋਲੋਜੀਕਲੀ, ਇਫ ਵੀ ਟਾਕ ਨਾਓ, ਮੈਂ ਸਾਈਕੋਲੋਜੀ ਵੱਲ ਆਉਣਾ ਚਾਹੁੰਦਾ ਆਪਣੀ ਹਿਊਮਨ ਸਾਈਕੋਲੋਜੀ ਬਾਰੇ। ਜੇਕਰ ਗਿਲਟ ਕੌਨਸ਼ੀਅਸ ਸਾਡੇ ਅੰਦਰ ਰਹਿ ਗਈ ਨਾ, ਤੇ ਆਪਣੀ ਜੋ ਸਰੀਰ ਦੀ ਨਾਰਮਲ ਫੰਕਸ਼ਨਿੰਗ ਹੈ ਉਹ ਤੇ ਇਫੈਕਟ ਆ ਜਾਂਦਾ ਵਾ। ਹੁਣ ਬੀਪੀ ਵਗੈਰਾ ਕਿਹਦਾ ਵੱਧਦਾ? ਕਿਸੇ ਨੂੰ ਗੁੱਸਾ ਜ਼ਿਆਦਾ ਹੋਵੇ, ਆਪਾਂ ਕੀ ਕਹਿੰਦੇ ਆ ਕਿ ਇਹਦਾ ਬੀਪੀ ਇਸ ਲਈ ਵੱਧਦਾ ਕਿਉਂਕਿ ਇਹ ਗੁੱਸਾ ਜ਼ਿਆਦਾ ਕਰਦਾ ਹੈ, ਨੈਚੁਰਲ ਨੂੰ। ਇਸੇ ਤਰ੍ਹਾਂ ਜਿਹਨੂੰ ਗਿਲਟ ਫੀਲਿੰਗ ਹੋ ਜਾਏ ਨਾ, ਉਹਦੇ ਚਿਹਰੇ ਦੇ ਉੱਡੇ ਹੋਏ ਫਿਊਜ਼ ਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਇਹਦੇ ਅੰਦਰ ਕੁਛ ਨਾ ਕੁਛ ਹੈ। ਹੱਸ ਕੇ ਦਿਖਾਉਣ ਦੀ ਕੋਸ਼ਿਸ਼ ਕਰੇਗਾ, ਹੀ ਵਿਲ ਲਾਫ, ਬਟ ਕੀ ਹੈ, ਉਹਦੇ ਦਿਲ ਦੇ ਅੰਦਰ ਇੱਕ ਚੋਰ ਹੈ, ਉਹਦੇ ਦਿਲ ਦੇ ਅੰਦਰ ਇੱਕ ਭਾਰ ਹੈ ਜੋ ਕਦੇ ਵੀ ਉਸ ਨੂੰ ਸੱਚੇ ਦਿਲੋਂ ਖੁਸ਼ ਰਹਿਣ ਨਹੀਂ ਦਿੰਦਾ। ਕਈ ਪੂਰੀ ਬਤੀਸੀ ਦਿਖਾ ਕੇ ਹੱਸਦੇ ਨੇ ਪਰ ਉਹਨਾਂ ਦੇ ਵਿੱਚ ਖੁਸ਼ੀ ਨਹੀਂ ਹੁੰਦੀ, ਪਰ ਕਈ ਸਿਰਫ ਮੁਸਕਰਾਉਂਦੇ ਨੇ ਤੇ ਉਹ ਨਾ ਸਿਰਫ ਆਪ ਖੁਸ਼ ਹੁੰਦੇ ਨੇ, ਪਰ ਜੋ ਕੋਈ ਵੀ ਉਹਨਾਂ ਦੇ ਕੰਟੈਕਟ ਵਿੱਚ ਆਉਂਦਾ ਉਹ ਸਾਰੇ ਹੀ ਖੁਸ਼ ਹੁੰਦੇ ਨੇ, ਕਿਉਂਕਿ ਇਹ ਪਰਸਨ ਗਿਲਟ ਨੂੰ ਆਪਣੀ ਕੌਨਸ਼ੀਅਸ ਤੇ ਲੈ ਕੇ ਕਦੇ ਨਹੀਂ ਤੁਰਦਾ। ਜੇਕਰ ਤੁਹਾਨੂੰ ਗਿਲਟ ਹੈ ਤਾਂ ਸਭ ਤੋਂ ਵੱਡਾ ਤੁਹਾਨੂੰ ਮਾਫ ਕਰਨ ਵਾਲਾ ਖੁਦਾ ਹੈ। ਖੁਦਾ ਕੋਲ ਜਾਓ, ਆਪਣੇ ਗੁਨਾਹ ਦੱਸੋ ਕਿ ਦਿਸ ਇਜ਼ ਮਾਈ ਪ੍ਰੋਬਲਮ। ਜੇ ਤੁਸੀਂ ਖੁਦਾ ਨੂੰ ਦੱਸੋਗੇ, ਖੁਦਾ ਤੁਹਾਨੂੰ ਮਾਫ ਕਰੇਗਾ। ਤੇ ਦੇਖਿਓ ਕੀ ਹੋਏਗਾ। ਮੋਸਟਲੀ ਗੁਨਾਹ ਕੀ ਹੁੰਦਾ ਕਿ ਜਿੱਦਾਂ ਮੈਂ ਪ੍ਰਦੀਪ ਨੂੰ ਕੁਝ ਕਹਿ ਦਿੱਤਾ, ਸਾਡੀ ਲੜਾਈ ਹੋ ਗਈ, ਉਸ ਤੋਂ ਬਾਅਦ ਕੀ ਮੇਰੇ ਅੰਦਰ ਗਿਲਟ ਕੌਨਸ਼ੀਅਸ ਹੈ। ਜ਼ਿਆਦਾਤਰ ਆਪਾਂ ਗਲਤੀ ਕੀ ਕਰਦੇ ਆ, ਆਪਾਂ ਸੌਰੀ ਕਹਿ ਦਿੱਤੀ ਪ੍ਰਦੀਪ ਨੂੰ, ਇਟਸ ਓਕੇ, ਬਟ ਦੇਰ ਇਜ਼ ਅ ਗਿਲਟ। ਉਹਦੇ ਦਿਲ 'ਚ ਵੀ ਹੈ, ਮੇਰੇ ਦਿਲ 'ਚ ਵੀ ਹੈ। ਉਹ ਜਦੋਂ ਮੈਨੂੰ ਦੇਖੇਗਾ, ਅੱਛਾ ਆਹੀ ਹੈ, ਫਿਰ ਮੈਂ ਵੀ ਦੇਖ ਕੇ ਕਹੂੰਗਾ ਓਹੋ ਆ ਗਿਆ। ਉਹ ਕੀ ਹੈ, ਗੋਡਲੀ ਐਸਪੈਕਟ ਨਹੀਂ ਆਇਆ। ਪਰ ਜਿੱਦਾਂ ਹੀ ਇਹ ਹੋਇਆ, ਹੁਣ ਦੇਖੋ ਇਤਰਾਫ ਕਿਹਨੇ ਕਰਨਾ? ਦੋਨਾਂ ਨੇ ਕਰਨਾ। ਮੈਂ ਵੀ ਜਾ ਕੇ ਕਰਾਂਗਾ ਕਿ ਖੁਦਾ ਮੇਰੇ ਤੋਂ ਗਲਤੀ ਹੋ ਗਈ ਐਂਡ ਗੋਡ ਵਿਲ ਫॉरगिव ਮੀ। ਅਤੇ ਜਦੋਂ ਪ੍ਰਦੀਪ ਵੀ ਜਾ ਕੇ ਕਹੇਗਾ ਕਿ ਖੁਦਾ ਇਦਾਂ ਹੋਇਆ ਤੇ ਮੈਂ ਦਿਲ ਵਿੱਚ ਇਹ ਫੀਲਿੰਗ ਰੱਖੀ, ਤੇ ਖੁਦਾ ਇਹ ਦੋਨਾਂ ਚੀਜ਼ਾਂ ਨੂੰ ਕਬੂਲੇਗਾ, ਮਾਫ ਕਰੇਗਾ, ਤਾਂ ਕੀ ਹੋਏਗਾ? ਤੇ ਨੈਕਸਟ ਟਾਈਮ ਇੱਕ ਦੂਜੇ ਨੂੰ ਮਿਲਣਗੇ ਤੇ ਉਹ ਭਾਵਨਾ ਨਹੀਂ ਰਹੇਗੀ। ਤੇ ਮਤਲਬ ਇਹ ਨਹੀਂ ਕਿ ਭੁੱਲ ਜਾਣਗੇ, ਯਾਦ ਰਹੇਗਾ, ਯਾਦ ਰਹੇਗਾ ਕਿ ਉਹਨੇ ਇਦਾਂ ਕੀਤਾ, ਪਰ ਅੰਦਰ ਇੱਕ ਖੁਸ਼ੀ ਹੋਏਗੀ ਕਿ ਉਹਨੇ ਇਦਾਂ ਕੀਤਾ ਪਰ ਅਸੀਂ ਇੱਕ ਦੂਜੇ ਨੂੰ ਮਾਫ ਕਰ ਦਿੱਤਾ। ਪਰ ਜੇਕਰ ਇਤਰਾਫ ਨਹੀਂ ਕਰੋਗੇ, ਆਪਣੇ ਗੁਨਾਹ ਨੂੰ ਖੁਦਾ ਅੱਗੇ ਨਹੀਂ ਮੰਨੋਗੇ, ਤਾਂ ਕੀ ਹੋਏਗਾ? ਤੁਸੀਂ ਮਾਫ ਕਰ ਦੋਗੇ, ਦੇਖੋਗੇ, ਉਹਨੂੰ ਯਾਦ ਕਰੋਗੇ, ਦੇਖੋਗੇ, ਯਾਦ ਕਰੋਗੇ ਇਹਨੇ ਇਦਾਂ ਕੀਤਾ, ਤਦ ਖੁਸ਼ੀ ਵਾਲੀ ਭਾਵਨਾ ਨਹੀਂ ਹੋਏਗੀ, ਖੁੰਦਕ ਵਾਲੀ ਭਾਵਨਾ ਹੋਏਗੀ। ਤੇ ਉਹਨਾਂ ਕੀ ਹੋਏਗਾ? ਕਦੇ ਵੀ ਰਿਲੇਸ਼ਨ ਸਹੀ ਨਹੀਂ ਹੋ ਪਾਏਗਾ। ਇਸ ਲਈ ਖੁਦਾ ਕੋਲ ਜਾਓ ਕਿ ਜਦੋਂ ਖੁਦਾ ਦੇ ਅੱਗੇ ਆਪਣੇ ਗੁਨਾਹਾਂ ਨੂੰ ਦੱਸੋਗੇ, ਕਬੂਲੋਗੇ। ਅਤੇ ਖੁਦਾ ਨੇ ਗੁਨਾਹ ਕਬੂਲਣ ਦਾ ਇੱਕ ਤਰੀਕਾ ਕੀ ਦੱਸਿਆ? ਆਪਣੇ ਪ੍ਰੋਹਿਤਾਂ ਨੂੰ ਮਖਸੂਸ ਕੀਤਾ ਕਿ ਜਦੋਂ ਪ੍ਰੋਹਿਤ ਉਸ ਗੁਨਾਹ ਨੂੰ ਮਾਫ ਕਰਨਗੇ ਤੇ ਸਾਨੂੰ ਮੁਕਤੀ ਉਸ ਗੁਨਾਹ ਤੋਂ ਜ਼ਰੂਰ ਮਿਲੇਗੀ ਅਤੇ ਸ਼ਾਂਤੀ ਵੀ ਮਿਲੇਗੀ। ਇਹ ਸ਼ਾਂਤੀ ਰੂਹਾਨੀ ਅਤੇ ਉਸ ਦਾ ਅਸਰ ਫਰਦਰ ਸਾਡੀ ਬੋਡੀ ਤੇ ਫਰਦਰ ਸਾਡੀ ਸਾਈਕੋਲੋਜੀ ਤੇ ਕੀ ਹੈ? ਇੱਕ ਹੋਲ ਪ੍ਰੋਸੈਸ ਜੋ ਹੈ ਉਹ ਸੈਂਕਟੀਫਾਈ ਹੋ ਗਿਆ। ਪੂਰਾ ਜੋ ਸਾਡਾ ਸਰੀਰ, ਤਨ, ਮਨ, ਧਨ ਸਭ ਕੁਝ ਕੀ ਹੈ ਉਹ ਨਿਰੋਇਆ ਹੋ ਜਾਂਦਾ ਹੈ। ਹੁਣ ਮੈਂ ਆਉਂਗਾ ਉਸ ਟੌਪਿਕ ਬਾਰੇ। ਸੰਤ ਯਾਕੂਬ ਦਾ ਪੱਤਰ 5:16 ਜਿਹਦੇ ਵਿੱਚ ਲਿਖਿਆ ਹੈ ਕਿ ਤੁਸੀਂ ਇੱਕ ਦੂਜੇ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕਰੋ ਅਤੇ ਤੁਹਾਡੇ ਗੁਨਾਹ ਮਾਫ ਹੋ ਜਾਣਗੇ। ਸੁਣਿਆ ਸਾਰਿਆਂ ਨੇ? ਜਿਨ੍ਹਾਂ ਨੇ ਸੁਣਿਆ ਹੱਥ ਖੜੇ ਕਰ ਲਓ। ਸੁਮਿਨ, ਹੈਵ ਯੂ ਹਰਡ? ਪ੍ਰਦੀਪ, ਹੈਵ ਯੂ ਹਰਡ? ਸੁਣਿਆ? ਜਸ ਫਾਦਰ। ਹਾਂ, ਹੁਣ ਮੈਂ ਕਹੂੰਗਾ ਨਾ, ਤੁਸੀਂ ਕਦੇ ਟਾਈਮ ਦੇ ਕੇ ਉਹਨੂੰ ਪੜ੍ਹ ਲਿਓ ਇੱਕ ਵਾਰ। ਉਹ ਚ ਕਿਤੇ ਨਹੀਂ ਲਿਖਿਆ ਕਿ ਤੁਹਾਡੇ ਗੁਨਾਹ ਮਾਫ ਹੋਣਗੇ। ਹੁਣ ਮੇਰੇ ਕੋਲ we have to read sometime, no? ਉਹ ਏਦਾਂ ਹੈ ਕਿ
5 ਬਾਬ ਦੀ 16 ਐ ਸਾਨੂੰ ਕਹਿੰਦੀ ਹੈ, ਇਸ ਲਈ ਤੁਸੀਂ ਇੱਕ ਦੂਜੇ ਦੇ ਅੱਗੇ ਆਪਣੇ ਪਾਪ ਸਵੀਕਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਨਿਰੋਏ ਕੀਤੇ ਜਾਓ। There is nothing about forgiving your sins. You may be ਨਿਰੋਏ ਹੋ ਜਾਓ, psychologically you may be okay, but about forgiveness of sins nothing is written. ਉਹ ਪਤਾ ਨਹੀਂ ਆਪਾਂ ਸੁਣਦੇ ਆ ਰਹੇ ਆ, ਵਿਸ਼ਵਾਸ ਕਰਦੇ ਆ, ਉਹਨੇ ਜ਼ੋਰ ਨਾਲ ਕਹਿ ਦਿੱਤਾ, ਆਪਾਂ ਮੰਨ ਲਿਆ ਕਿ ਹਾਂਜੀ ਹੋਊਗਾ। ਉਹ ਪੜ੍ਹਨਾ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਲਿਖਿਆ you will be healed. Healed ਕੀ ਹੈ? Psychologically you will be healed, but nothing about forgiveness. Forgiveness ਕੌਣ ਦੇ ਸਕਦਾ ਹੈ? ਉਹ ਸਿਰਫ ਖੁਦਾ ਹੀ ਦੇ ਸਕਦਾ ਹੈ। ਤੇ ਖੁਦਾ ਨੇ ਉਹ forgiveness ਦਾ ਤਰੀਕਾ ਕੀ ਬਣਾਇਆ? ਆਪਣੇ ਪੁਰੋਹਿਤ ਮਖਸੂਸ ਕੀਤੇ ਹੈ। Go and confess. Once you confess, your sins are forgiven. ਹੁਣ ਜੋ ਪੁਰੋਤਾਈ ਦਾ ਐਸਪੈਕਟ ਹੈ ਉਹ ਵੀ ਮੈਂ ਡਿਸਕਸ ਕਰਨਾ ਚਾਹੂੰਗਾ। ਆਈ ਡੋਂਟ ਨੋ ਕਿ ਅੱਗੇ ਜਾ ਕੇ ਤੁਸੀਂ ਕਿਸੇ ਨਾਲ ਡਿਸਕਸ ਕਰੋਗੇ, ਕਿਸੇ ਫਾਦਰ ਨਾਲ ਕਿਸ ਤਰ੍ਹਾਂ ਇਸ ਨੂੰ ਲੈਣਗੇ, ਪਰ ਮੈਂ ਸੋਚਦਾ ਆਈ ਸ਼ੁਡ ਡਿਸਕਸ ਵਿਦ ਯੂ। ਇੱਕ ਪੁਰੋਹਿਤ, ਉਹਨੂੰ ਫਾਦਰ ਬਣਦੇ 12 ਸਾਲ ਲੱਗ ਜਾਂਦੇ ਆ, ਓਕੇ। ਇਸ 12 ਸਾਲ ਦੀ ਪੜ੍ਹਾਈ ਦੇ ਵਿੱਚ there is a golden rule by God that is known as seal of confession. ਕੋਈ ਵੀ ਪੁਰੋਹਿਤ ਕਨਫੈਸ਼ਨ ਦੇ ਸੀਕ੍ਰੇਟ ਨੂੰ ਆਪਣੇ ਪਰਸਨਲ ਯੂਜ਼ ਦੇ ਲਈ ਜਾਂ ਫਿਰ ਉਸ ਆਦਮੀ ਤੇ ਹਮਲਾ ਕਰਨ ਦੇ ਲਈ, ਉਸ ਨੂੰ ਮਾਨਸਿਕ ਤੌਰ ਤੇ ਉਤਪੀੜਨਾ ਕਰਨ ਲਈ ਜੇਕਰ ਉਪਯੋਗ ਕਰਦਾ ਹੈ, ਉਹਦੀ ਉਸੇ ਵਕਤ ਪ੍ਰੋਹਤਾਈ ਖਤਮ ਹੋ ਜਾਂਦੀ ਹੈ। That very moment seal of confession is broken, priesthood is over. ਤੇ priesthood ਕਿਹਨੇ ਸਥਾਪਿਤ ਕੀਤੀ? ਖੁਦਾ ਨੇ। ਤੇ ਖੁਦਾ ਨੇ ਹੀ ਜ਼ਾਹਿਰ ਕੀਤਾ ਕਿ no priest can break the seal of confession. ਦੇਖੋ ਜਦੋਂ ਸਾਰਿਆਂ ਦੇ ਘਰ ਨਿਕਲਣਾ ਹੋਏਗਾ ਨਾ, ਗਾਰਬੇਜ ਇਕੱਠਾ ਕਰਨ, ਪਲੀਜ਼ ਡੋਂਟ ਕੰਪੇਅਰ ਦਿਸ ਵਨ ਵਿਦ ਕਨਫੈਸ਼ਨ, ਬਟ ਜਸਟ ਐਨ ਐਗਜ਼ਾਮਪਲ ਮੈਂ ਦੇ ਰਿਹਾ ਕਿ ਮੰਨ ਲਓ ਰੱਦੀ ਵਾਲਾ ਆ ਗਿਆ। ਜਦੋਂ ਰੱਦੀ ਵਾਲਾ ਆਂਦਾ ਹੈ, ਬਾਹਰ ਹੋਕਾ ਦਿੰਦੇ ਆ, ਸ਼ਾਨ ਬੁਰਾ ਵੇਚ, ਰੱਦੀ ਵੇਚ, ਤੇ ਤੁਸੀਂ ਬਾਹਰ ਜਾ ਕੇ ਦੇਖਦੇ ਹੋ ਕੀ ਤੁਸੀਂ ਰੱਦੀ ਉਸ ਨੂੰ ਦਿੰਦੇ ਹੋ ਜਿਹਦੀ ਸ਼ਕਲ ਪਿਆਰੀ ਹੈ, ਜਾਂ ਜਿਹਨੂੰ ਤੁਸੀਂ ਪਰਸਨਲੀ ਜਾਣਦੇ ਹੋ, ਜਾਂ ਤੁਸੀਂ ਉਹਨੂੰ ਦਿੰਦੇ ਹੋ ਜੋ ਜ਼ਿਆਦਾ ਰੇਟ ਦੇਵੇਗਾ? ਕਿਹਨੂੰ ਦੋਗੇ ਰੱਦੀ? ਪੈਸਾ, ਰਾਈਟ ਰਾਈਟ, ਐਵਰੀਬਡੀ ਸ਼ੋਸ ਪੈਸਾ, ਜਿੱਥੋਂ ਰੇਟ ਜ਼ਿਆਦਾ ਮਿਲੇਗਾ, ਜਿੱਥੇ ਵੈਲਿਊ ਪਏਗੀ, ਰਾਈਟ, ਜਿੱਥੇ ਵੈਲਿਊ ਪਏਗੀ ਨਾ। ਹੁਣ ਨੋ ਮੈਟਰ ਕਨਫੈਸ਼ਨ ਚ ਜਿਹੜਾ ਮਰਜ਼ੀ ਫਾਦਰ ਬੈਠਾ, ਪਲੀਜ਼ ਡੋਂਟ ਕੰਪੇਅਰ, ਮੈਂ ਜਸਟ ਐਗਜ਼ਾਮਪਲ ਦੇ ਰਿਹਾ। ਕਨਫੈਸ਼ਨ ਚ ਜੋ ਮਰਜ਼ੀ ਫਾਦਰ ਬੈਠਾ ਹੋਵੇ, ਅਸੀਂ ਸ਼ਕਲ ਦੇਖ ਕੇ ਜਾਂ ਉਹ ਆਦਮੀ ਦੇਖ ਕੇ ਅਸੀਂ ਨਹੀਂ ਜਾ ਰਹੇ। ਅਸੀਂ ਕਿਉਂ ਜਾ ਰਹੇ ਹਾਂ? ਕਿਉਂਕਿ ਉਸ ਪ੍ਰੋਹਤਾਈ ਦੇ ਰਾਹੀਂ ਮੇਰੇ ਗੁਨਾਹਾਂ ਦੀ ਮਾਫੀ ਦਾ ਇੱਕ ਮੁੱਲ ਹੈ ਜੋ ਕੋਈ ਵੀ ਇਨਸਾਨ ਦੇ ਨਹੀਂ ਦੇ ਸਕਦਾ, ਸਿਰਫ ਯਿਸੂ ਹੀ ਦੇ ਸਕਦਾ ਹੈ। ਇਸ ਲਈ ਜੋ ਯਿਸੂ ਨੇ ਸਥਾਪਿਤ ਕੀਤਾ ਹੈ, ਉਹਦੇ ਰਾਹੀਂ ਮੈਂ ਆਪਣੇ ਗੁਨਾਹਾਂ ਨੂੰ ਜਾ ਕੇ ਸਮਰਪਿਤ ਕਰਦਾ। ਹੁਣ ਤੁਸੀਂ ਆਪਣੇ ਗੁਨਾਹਾਂ ਨੂੰ ਕਬੂਲ ਲਿਆ, ਖੁਦਾ ਨੇ ਤੁਹਾਨੂੰ ਉਹਨਾਂ ਦੇ ਰਾਹੀਂ ਮਾਫੀ ਦੇਤੀ, ਐਂਡ ਯੂ ਹੈਵ ਫੇਥ ਕਿ ਜੋ ਮੈਨੂੰ ਮਾਫੀ ਮਿਲ ਗਈ, ਉਹਨਾਂ ਮੇਰੇ ਗੁਨਾਹ ਮਾਫ ਹੋ ਗਏ ਨੇ। ਡੋਂਟ ਵਰੀ ਉਹ ਦੂਜਾ ਬੰਦਾ ਕੀ ਸੋਚ ਰਿਹਾ ਹੈ, ਕੀ ਕਰੇਗਾ, ਯੂ ਡੋਂਟ ਵਰੀ, ਉਹਨੂੰ ਖੁਦਾ ਦੇਖੇਗਾ। ਪਰ ਤੁਸੀਂ ਆਪਣਾ ਫਰਜ਼ ਕੀਤਾ, ਦੈਨ ਯੂ ਗੋ ਅਹੈਡ। ਦੇਖੋ ਐਸੇ ਪ੍ਰੀਸ, ਹੁਣ ਤਾਂ ਮੈਂ ਤੁਹਾਡੇ ਵੱਲ ਦੀ ਗੱਲ ਕੀਤੀ, ਐਸੇ ਪ੍ਰੀਸ ਜਦੋਂ ਮੈਂ ਗੱਲ ਕਰਾਂ, ਕਨਫੈਸ਼ਨ ਹੈਜ਼ ਰੀਅਲੀ ਪਾਵਰ। ਇਹਨਾਂ ਨੂੰ ਅਗੇਨ ਤੁਹਾਨੂੰ ਪਤਾ ਕਿ ਜਦੋਂ ਮੈਂ ਇਹ ਚੀਜ਼ਾਂ ਦੱਸਦਾ ਹੈ, ਕਿਸੇ ਬੁੱਕਸ ਦੇ ਆਧਾਰ ਤੇ ਨਹੀਂ ਹੁੰਦਾ, ਤੇ ਜਦੋਂ ਮੇਰਾ ਪਰਸਨਲ ਐਕਸਪੀਰੀਅੰਸ ਹੁੰਦਾ ਹੈ। ਵਨਸ ਆਈ ਵਾਸ ਗਿਆਨੋਦਿਆ ਦੇ ਵਿੱਚ ਬਾਬੂ ਜੀਆਂ ਦੀ ਰਿਟਰੀਟ ਚੱਲ ਰਹੀ ਸੀ। ਆਈ ਜਸਟ ਵੈਂਟ ਫਰਮ ਆਦਮਪੁਰ, ਕਿਸੇ ਕੰਮ ਲਈ ਗਿਆ ਸੀ, ਤੇ ਫਾਦਰ ਜਿਹੜੇ ਉੱਥੇ ਇੰਚਾਰਜ ਸੀ ਕਹਿੰਦੇ ਯਾਰ ਇਤਰਾਫੀ ਕੋਈ ਹੈ ਨਹੀਂ ਹੈ, ਸੋ ਯੂ ਕੈਨ ਕਾਈਂਡਲੀ ਕਮ। ਤੇ ਮੈਂ ਵੀ ਓਕੇ, ਆਈ ਵੈਂਟ ਐਂਡ ਸੈਟ। ਜਦੋਂ ਪਹਿਲੇ ਇਤਰਾਫ ਸੁਣਿਆ, ਓਕੇ, ਸੈਕਿੰਡ ਸੁਣਿਆ, ਓਕੇ, ਥਰਡ ਵਿੱਚ ਕੀ ਹੋਇਆ, I don't know what happened, ਜਦੋਂ ਨੀਂਦ ਨਹੀਂ ਆਉਂਦੀ, as you fall sleepy, means it was 2 o'clock 3 o'clock in June ਦਾ ਟਾਈਮ ਹੈ, 2:30-3 ਵਜੇ ਦਾ ਟਾਈਮ ਹੈ, and you are just coming out of a AC vehicle and coming and sitting in a room where ਪੱਖਾ ਸਹੀ ਚੱਲ ਰਿਹਾ ਹੈ। I was sitting like this, ਬਾਬੂਜੀ came, he started confessing, ਮੈਨੂੰ ਇੰਨਾ ਯਾਦ ਹੈ, he said ਭਾਜੀ ਮੈਂ ਗੁਨੇਗਾਰ ਹਾਂ, it will okay, then ਉਸ ਤੋਂ ਬਾਅਦ I just went like that, then ਜਦੋਂ ਆਪਾਂ ਉੱਠਦੇ ਨਹੀਂ ਏਦਾਂ, ਮੈਂ ਏਦਾਂ ਹੀ ਉੱਠਿਆ, I looked at him, ਮੈਨੂੰ ਏਦਾਂ ਲੱਗਿਆ as if he told something, ਤੇ ਮੈਂ ਉਹਨੂੰ ਕਿਹਾ ਕਿ something ਕਿ ਬੇਟਾ ਤੈਨੂੰ ਏਦਾਂ ਨਹੀਂ ਕਰਨਾ ਚਾਹੀਦਾ ਸੀ, this is not correct। ਉਹ ਇੱਕਦਮ ਹੀ ਉੱਠ ਕੇ ਸਿੱਧਾ ਦਰਵਾਜ਼ੇ 'ਚ ਜਾ ਕੇ ਵੱਜਿਆ, means no something happened, he just got up, went to the door, ਕਹਿੰਦਾ ਤੁਹਾਨੂੰ ਇਹ ਕਿਵੇਂ ਪਤਾ, ਮੈਂ ਤਾਂ ਦੱਸਿਆ ਹੀ ਨਹੀਂ ਸੀ। How did you know? I did not tell you this one।
मैं क्या है something very serious which he was trying to hide it from the confession. I don't know whether it was my sleep or God had overpowered, I don't know. I just felt I have gone like that, but while going, I am hearing something that he is saying कि मेरे तो इदा होया. Then I just got up and to make him feel कि मैं सो नहीं रहा सी, I started telling him कि what you did is not right. You should not have done like that. वो एकदम ही ना means with the Punjabi gali, you know, it is attached when you are excited or worried. We sometimes you use. Okay, oh, he went to the door and he's telling loudly, "Who told you this one? I not tell you." And I don't know that Babuji from where which side he has come. Somehow then I told him, "Don't come. Is it in your life it has happened?" He told, "Yeah." Then I told him, "This is not the way." Gave him some advice, and he went. And that is the time where my devotion in that sacrament of confession जो पहला सी वो 3 गुना ज़्यादा ਵੱਧ गई. ਪਹਿਲਾਂ ਮੇਰੀ ਸੀ ਕਿ when I go and confess my sins, I was convinced ਕਿ ਅੱਗੇ ਜਿਹੜਾ ਮਰਜ਼ੀ ਫਾਦਰ ਬੈਠਾ ਹੋਵੇ, it doesn't matter. When I go and confess my sins, God will forgive. ਇਸੇ ਜੋ ਸਾਡੀ ਰਿਕਲੈਕਸ਼ਨ ਹੁੰਦੀ ਹੈ, ਮੈਂ ਨਹੀਂ ਦੇਖਦਾ ਕਿ ਕੋਈ ਸੀਨੀਅਰ ਫਾਦਰ ਬੈਠਾ ਹੈ. ਈਵਨ ਜੋ ਮੇਰਾ ਕੋਈ ਜੂਨੀਅਰ ਵੀ ਹੋਏਗਾ ਨਾ, if I feel, I will go to him and confess my sins. मैं नहीं जूनियर से नहीं वो सीनियर्स के पास जाओ. मैं खुदा ने कभी नहीं किया कि सीनियर फादर को जाके जाएगा तो तभी होगा. You are a priest, so I believe once priest forgive, it is forgiven. So I come to you. This is nothing. So I also make confession. पर उस दिन confession ਹੋਰ ईमानदारी ਨਾਲ ਸੁਣਨ ਦਾ ਮੇਰੇ ਵਿੱਚ ਜਜ਼ਬਾ ਆਇਆ ਕਿ really God works. And it's my personal experience. Parishes ਪਤਾ ਨਹੀਂ ਜ਼ਿਆਦਾ ਫਾਦਰਾਂ ਨੂੰ ਨਹੀਂ ਹੁੰਦਾ ਕਿ ਜਦੋਂ ਤੁਸੀਂ ਪੈਰਿਸ਼ ਪੀਸ ਹੁੰਦੇ ਹੋ ਨਾ, ਤੁਹਾਡੇ ਆਪਣੇ ਪੈਰਿਸ਼ਨਰ ਤੁਹਾਡੇ ਕੋਲ ਕਨਫੈਸ਼ਨ ਲਈ ਨਹੀਂ ਆਉਂਦੇ. ਉਹ ਵੇਟ ਕਰਦੇ ਨੇ ਕਦੋਂ ਕ੍ਰਿਸਮਸ ਆਏਗਾ, 2 ਦਿਨ ਦੀ ਕਨਵੈਨਸ਼ਨ ਹੋਏਗੀ ਤੇ ਤੀਜੇ ਦਿਨ ਕੋਈ ਫਾਦਰ ਆਣਗੇ ਬਾਹਰੋਂ, ਜਾਂ ਫਿਰ ਈਸਟਰ ਹੋਏਗਾ ਜਾਂ ਫਿਰ ਈਦ ਆਏਗੀ ਤਾਂ ਬਾਹਰੋਂ ਫਾਦਰ ਆਣਗੇ ਤੇ ਕਨਫੈਸ਼ਨ ਕਰਾਂਗੇ. ਦੇ ਆਲ ਵੇਟ ਲਾਈਕ ਦੈਟ. ਬਟ ਪਤਾ ਨਹੀਂ ਖੁਦਾ ਦੀ ਕਿਰਪਾ ਹੈ, ਮੈਂ ਇਸ ਯੋਗ ਨਹੀਂ ਹਾਂ, ਬਟ ਗੋਡ ਇਜ਼ ਸੋ ਮਰਸੀਫੁਲ ਕਿ ਤਕਰੀਬਨ ਜੋ ਮੇਰੇ ਪੈਰਿਸ਼ਨਰਸ ਹੁੰਦੇ ਨੇ, ਦੇ ਕਮ ਟੂ ਮੀ ਫॉर ਕਨਫੈਸ਼ਨਸ. There's a really a blessing. Even Pradeep may be knowing before the mass in even Lamma Pind, ਆਦਮਪੁਰ ਮੈਨੂੰ ਨਾ ਟਾਈਮ ਨਹੀਂ ਮਿਲਦਾ ਸੀ ਕਿ 3 ਪਾਕ ਮਾਸ ਕੰਟੀਨਿਊਸ ਹੁੰਦੀਆਂ ਸੀ, ਸਵੇਰੇ 6 ਵਜੇ, ਫਿਰ ਉਸ ਤੋਂ ਬਾਅਦ 9 ਵਜੇ, ਫਿਰ ਉਸ ਤੋਂ ਬਾਅਦ 11 ਵਜੇ. ਸੋ ਆਈ ਨੈਵਰ ਯੂਜ਼ਡ ਟੂ ਗੈਟ ਟਾਈਮ. ਪਰ ਫਿਰ ਵੀ ਜਦੋਂ ਪਿੰਡ ਦੀ ਪਾਕ ਮਾਸ ਹੁੰਦੀ, ਪੀਪਲ ਯੂਜ਼ਡ ਟੂ ਕਮ ਐਂਡ ਆਈ ਯੂਜ਼ਡ ਟੂ ਥਿੰਕ ਕਿ ਯਾਰ ਮੈਂ ਇਹਨਾਂ ਦਾ ਪੈਰਿਸ਼ ਪ੍ਰੀਸਟ ਹਾਂ ਐਂਡ ਹਾਊ ਕੈਨ ਦੇ ਕਮ ਟੂ ਮੀ ਐਂਡ ਮੈਨੀ ਪੀਪਲ ਵਿਲ ਨੋਟ ਸੇ ਕਿ ਪਾਜੀ ਕਿਸੇ ਫਾਦਰ ਨੂੰ ਬੁਲਾਓ ਇਤਰਾਫ ਕਰਨਾ ਹੈ. They will ask me, "Faji, कदों बहना कदों ऐसी इतराफ करना है?" That means God is really working. Human aspect ਹੁੰਦੇ ਉਹ ਸਾਰੇ ਕੀ ਹੋ ਜਾਂਦੇ, ਖਤਮ ਹੋ ਜਾਂਦੇ ਆ. ਤੇ I tell you, trust me, confession ਸਾਡੇ ਕੋਲ ਇੱਕ ਬਹੁਤ ਵੱਡਾ ਗਿਫਟ ਹੈ. We don't ਇੱਕ ਦੂਜੇ ਨੂੰ ਸੌਰੀ ਕਹਤਾ, psychologically satisfaction, ਤੁਸੀਂ ਹੀਲ ਹੋ ਜਾਓਗੇ psychologically. ਪਰ ਗੁਨਾਹ ਕਿੱਥੋਂ ਮਾਫ ਹੋਣਗੇ? ਗੁਨਾਹ खुदा ही माफ कर सकता है. खुदा ने गुनाह माफ करने का की तरीका अपनाया, उसने कहा अपने चेलियां ਨੂੰ ਕਿ ਜਿਨ੍ਹਾਂ ਦੇ ਗੁਨਾਹ ਤੁਸੀਂ ਮਾਫ ਕਰੋਗੇ ਉਹ ਮਾਫ ਹੋ ਜਾਣਗੇ ਤੇ ਜਿਨ੍ਹਾਂ ਦੇ ਗੁਨਾਹ ਮਾਫ ਨਹੀਂ ਕਰੋਗੇ ਉਹ ਮਾਫ ਨਹੀਂ ਹੋਣਗੇ. ਇਟਸ ਸਿੰਪਲ ਐਸ ਇਟ ਇਜ਼. ਇਹਨੂੰ ਸਮਝਣ ਦੇ ਲਈ ਸਵੇਰੇ 10 ਬਦਾਮ ਖਾਣ ਦੀ ਜ਼ਰੂਰਤ ਨਹੀਂ ਹੈਗੀ. ਇਟਸ ਵੈਰੀ ਸਿੰਪਲ, ਯੂ ਕੈਨ ਅੰਡਰਸਟੈਂਡ. ਇਸ ਲਈ ਜਦੋਂ ਕੋਈ ਕਹਿੰਦਾ ਨਾ ਕਿ ਸਮਟਾਈਮਸ ਸਮ ਪੀਪਲ ਸੇ ਕਿ ਫਾਦਰ ਜੀ ਉੱਥੇ ਤਾਂ ਇਦਾਂ ਲਿਖਿਆ ਹੈ, ਮੈਂ ਉਹਨਾਂ ਨੂੰ ਕਹਿੰਦਾ ਬੇਟਾ ਬਾਈਬਲ ਦੁਬਾਰਾ ਲੈ ਕੇ ਦੁਬਾਰਾ ਪੜੋ. ਇਹ ਨਾ 2 ਸ਼ਬਦਾਂ ਦੇ ਵਿੱਚ ਡਿਫਰੈਂਸ ਲੱਭੋ, ਗੂਗਲ ਕਰੋ ਕਿ ਫੋਰਗਿਵਨੈਸ ਕੀ ਹੁੰਦੀ ਹੈ ਤੇ ਹੀਲਿੰਗ ਕੀ ਹੁੰਦੀ ਹੈ. ਜੇ ਦੋਨਾਂ ਦਾ ਡਿਫਰੈਂਸ ਪਤਾ ਲੱਗ ਗਿਆ ਨਾ ਤੇ ਉਹ ਲਾਈਨ ਦਾ ਵੀ ਮਤਲਬ ਤੈਨੂੰ ਆਪਣੇ ਆਪ ਸਮਝ ਆ ਜਾਏਗਾ. ਐਂਡ ਦੈਟ ਓਨਲੀ ਆਈ ਵਾਂਟ ਟੂ ਟੈਲ ਯੂ, ਇਤਰਾਫ ਇੱਕ ਗਿਫਟ ਹੈ. ਉਹ ਗਿਫਟ ਕੀ ਹੈ ਕਿ ਅਸੀਂ ਆਪਣੇ ਗੁਨਾਹਾਂ ਦੇ ਭਾਰ ਤੋਂ ਆਜ਼ਾਦ ਹੁੰਦੇ ਹਾਂ. ਤੇ ਖੁਦਾ ਨੇ ਉਸ ਗੁਨਾਹਾਂ ਦੇ ਭਾਰ ਤੋਂ ਆਜ਼ਾਦ ਹੋਣ ਦੇ ਲਈ ਸਿਰਫ ਇੱਕੋ ਹੀ ਤਰੀਕਾ ਮਿੱਥਿਆ ਹੈ, ਉਹ ਹੈ ਕਿ ਉਹਦੇ ਦੁਆਰਾ ਮਖਸੂਸ ਜੋ ਪੁਰੋਹਿਤ ਨੇ ਉਹਨਾਂ ਦੇ ਅੱਗੇ ਆ ਕੇ ਇਤਰਾਫ ਕਰਨਾ, ਤੇ ਜਿਨ੍ਹਾਂ ਦੇ ਗੁਨਾਹ ਮਾਫ ਕਰਦੇ ਨੇ ਉਹ ਮਾਫ ਹੋਣਗੇ ਤੇ ਜਿਨ੍ਹਾਂ ਦੇ ਗੁਨਾਹ ਮਾਫ ਨਹੀਂ ਕਰਨਗੇ ਉਹ ਮਾਫ ਨਹੀਂ ਹੋਣਗੇ. ਇਸ ਲਈ ਯੂ ਨੈਵਰ ਥਿੰਕ ਕਿ ਉਹ ਫਾਦਰ ਗੁੱਸੇ ਵਾਲਾ ਹੈ ਜਾਂ ਇਦਾਂ ਹੈ. ਯੂ ਡੋਂਟ ਵਰੀ. ਡੀਸੀ ਕੋਈ ਵੀ ਹੋਵੇ, ਜੇਕਰ ਉਹਦੇ ਕੋਲ ਪਾਵਰ ਹੈ, ਯੂ ਨੈਚੁਰਲੀ ਗੋ. ਨਾਓ ਇਸ ਟਾਈਮ ਦੇ ਵਿੱਚ ਆਪਾਂ ਪਾਸ ਵੀ ਅਪਲਾਈ ਕਰ ਰਹੇ ਹੋਵਾਂਗੇ, ਆਨਲਾਈਨ ਪਾਸ. No, it is almost like that. You are applying online, you don't know ਉੱਥੇ ਕਰਕੇ ਕੌਣ approve ਕਰ ਰਿਹਾ. It is, you know, it will be approved or it will be
रिजेक्टेड, मेरे 2-3 रिजेक्ट ही हो रहे ने, नाउ इट हैज अप्रूव, प्रदीप कर रहा है मेरे लिए। So I don't know who is there, but I know there is a person who is powerful, who can approve, who can reject. Same way, it doesn't matter who is priest. It matters that he has the power to forgive or not to forgive. And I don't think कोई जे फादर होंगे जो कहेंगे नहीं नहीं मैं नहीं माफ करने, नहीं मैं नहीं करने, मैं नहीं करने, ऐसा नहीं है। When you go, you are forgiven. And you know personal experience तो कि ਕਈ ਵਾਰ ਸਾਡੇ ਗੁਨਾਹ ਇੰਨੇ ਮਹਾਨ ਵੀ ਹੁੰਦੇ ਨੇ, ਫਿਰ ਵੀ ਉਹਨਾਂ ਦੀ ਸਜ਼ਾ ਕੀ ਹੁੰਦੀ ਹੈ, ਪਲੀਜ਼ ਰਿਸਾਈਟ 3 ਹੇਲ ਮੇਰੀ ਔਰ ਸੇ 4 ਆवर ਫਾਦਰਸ। ਇਹ ਸਭ ਕੀ ਹੈ, you know law of motion, I think law of motion it is every action has equal and opposite reaction। तो जो भी ਆਪਾਂ ਜੋ ਵੀ ਕਰਦੇ ਆ ਨਾ ਉਹਦਾ equal and opposite reaction ਹੋਣਾ ਹੀ ਹੈ। ਜੇਕਰ ਤੁਸੀਂ ਗੁਨਾਹ ਕੀਤਾ ਉਹਦਾ ਅਸਰ ਵੀ ਹੁੰਦਾ, ਉਹਦੀ ਰਿਪਰਕਸ਼ਨ ਵੀ ਹੁੰਦੀ ਹੈ ਕਿ ਤੁਹਾਡੇ ਤੇ ਉਹਦਾ ਅਸਰ ਹੋਵੇਗਾ। ਹੁਣ ਕੀ ਹੁੰਦਾ, ਤੁਸੀਂ ਗੁਨਾਹ ਕਰਦੇ ਹੋ, ਉਹ ਗੁਨਾਹ ਦਾ ਅਸਰ ਜਾਂਦਾ ਹੈ, ਜੋ ਤੁਸੀਂ ਇਤਰਾਫ ਕਰ ਲੈਂਦੇ ਹੋ ਤੇ ਜੋ ਉਹਦਾ ਗਲਤ ਫਲ ਤੁਹਾਡੇ ਕੋਲ ਆਣਾ ਸੀ, ਖੁਦਾ ਉਸ ਨੂੰ ਦੂਰ ਕਰਕੇ ਤੁਹਾਨੂੰ ਕੀ ਦਿੰਦਾ ਪਛਤਾਵੇ ਲਈ ਕਿ 4 ਹੇਲ ਮੇਰੀ ਔਰ ਫਾਦਰ, ਉਹ ਕੀ ਹੈ, ਇਟਸ ਅ ਗੁੱਡ ਫਰੂਟ। ਹੁਣ 4 ਔਰ ਫਾਦਰ ਕਹਿਣਾ ਤੁਸੀਂ ਗੁਨੇਗਾਰ ਨਹੀਂ ਬਣੋਗੇ, 4 ਔਰ ਫਾਦਰ ਕਹਿਣਾ ਤੁਸੀਂ ਹੋਰ ਪਾਕੀਜ਼ਗੀ ਵਿੱਚ ਅੱਗੇ ਵਧੋਗੇ। ਮੀਨਸ ਯੂ ਡੂ ਸਮਥਿੰਗ ਬੈਡ ਜਿਹਦਾ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ ਆਣਾ ਹੈ, ਬਟ ਗੋਡ ਉਸ ਚੀਜ਼ ਨੂੰ ਇੱਕਦਮ ਆਪਣੇ ਲਹੂ ਦੇ ਨਾਲ ਉਸ ਨੂੰ ਕਲੀਅਰ ਕਰ ਦਿੰਦਾ ਹੈ ਅਤੇ ਸਾਡੇ ਕੋਲ ਜੋ ਵਾਪਸ ਆਂਦਾ ਉਹ ਕੀ ਆਂਦਾ ਹੈ, ਤੁਹਾਡੀ ਬੁਰਾਈ ਖੁਦਾ ਵੱਲ ਜਾਂਦੀ ਹੈ, ਖੁਦਾ ਉਸ ਬੁਰਾਈ ਨੂੰ ਲੈਂਦਾ ਤੇ ਤੁਹਾਡੇ ਵੱਲੋਂ ਚੰਗਿਆਈ ਦੇ ਦਿੰਦਾ ਹੈ। ਸੋ ਮੇਕ ਯੂਸ ਆਫ ਇਟ, ਗਰੋ, ਪਵਿੱਤਰਤਾਈ ਵਿੱਚ ਵਧੋ। ਤੇ ਪਵਿੱਤਰਤਾਈ ਇੱਕ ਦਿਨ ਚ ਨਹੀਂ ਮਿਲਦੀ, ਯੂ ਨੋਟ ਗੈਟ। ਤੇ ਪਵਿੱਤਰਤਾਈ ਹਮੇਸ਼ਾ ਸਾਦਗੀ ਜਾਂ ਮੀਨਸ ਆਈ ਡੋਂਟ ਨੋ ਮੈਂ ਕਿੰਨਾ ਸਹੀ ਹੋਵਾਂ ਕਹਿਣ ਚ, ਕਿ ਜਿਹਨੇ ਬਾਲ ਏਦਾਂ ਰੱਖੇ ਹੋਏ ਨੇ, ਮੂੰਹ ਏਦਾਂ ਹੈ, ਕੱਪੜੇ ਪਾਟੇ ਨੇ, ਉਹ ਨਾ ਕਈ ਵਾਰ ਯੂ ਥਿੰਕ ਜੋ ਪਾਕ ਹੋਵੇਗਾ ਨਾ ਪਵਿੱਤਰ, ਉਹਨੂੰ ਦੇਖ ਕੇ ਯੂ ਵਿਲ ਫੀਲ ਸਮਥਿੰਗ ਕਿ ਯੈਸ ਦਿਸ ਇਜ਼ ਵਾਟ ਯੂ ਨੋ। ਜਦੋਂ ਜੀਸਸ ਨੂੰ ਸਲੀਬ ਤੇ ਚੜਾਇਆ ਗਿਆ, ਉਹਦੇ ਕੱਪੜੇ ਸਿਪਾਹੀਆਂ ਨੇ ਲੈ ਲਏ ਸੀ ਨਾ, ਕਿਸ ਤਰ੍ਹਾਂ ਲਏ ਸੀ ਉਹਨਾਂ ਨੇ, ਹਾਊ ਡਿਡ ਦੇ ਟੇਕ, ਕੋਈ ਜਵਾਬ ਦੇ ਸਕਦਾ? ਜਦੋਂ ਪ੍ਰਭੂ ਯੀਸ਼ੂ ਨੂੰ ਸਲੀਬ ਤੇ ਚੜਾਇਆ ਗਿਆ, ਉਹਨਾਂ ਦੇ ਜੋ ਕੱਪੜੇ ਸੀ ਉਹ ਕਿਸ ਤਰ੍ਹਾਂ ਵੰਡੇ ਗਏ ਸੀ ਸਿਪਾਹੀਆਂ ਦੇ ਵਿਚਕਾਰ? ਗੁਣੇ ਪਾਏ, ਗੁਣੇ ਪਾਏ। ਕਿਉਂ 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 ਕਿਉਂ? ਉਸ ਵਿੱਚ ਲਿਖਿਆ ਹੈ ਕਿ ਉਸਦਾ ਜੋ ਕੱਪੜਾ ਉੱਪਰ ਤੋਂ ਲੈ ਕੇ ਨੀਚੇ ਤੱਕ ਇੱਕੋ ਸੀਨ ਦਾ ਸੀ, ਉਸ ਵਿੱਚ ਕੋਈ ਵੀ ਰਾਈਟ ਇੱਕੋ ਸੀਨ ਦਾ ਸੀ, ਇੱਕੋ ਸੀਨ ਦਾ। that means that cloth was that costly ਕਿ ਉਹਦੇ ਵਿੱਚ ਕੋਈ ਸਟਿਚਿੰਗ, ਦੋ ਕੱਪੜੇ ਨਹੀਂ ਜੋੜੇ ਗਏ ਸੀ, it was a single cloth, single ਚੀਜ਼, and it was the best that time, right? ਹੁਣ ਅਸੀਂ ਕਦੇ ਵੀ ਬਾਈਬਲ ਚ ਨਹੀਂ ਪੜ੍ਹਦੇ ਕਿ ਯਿਸੂ ਨੇ ਪਾਟੇ ਹੋਏ ਕੱਪੜੇ ਪਾਏ ਸੀ ਜਾਂ he was looking like a beggar, no, he was in his full glory। ਇਹਦਾ ਮਤਲਬ ਇਹ ਨਹੀਂ ਕਿ he was not prayerful, ਖੁਦਾ ਆਪ ਪੂਰੀ ਆਪਣੀ ਗਲੋਰੀ ਚ ਸੀ, ਇੱਕ ਸੀਨ ਦਾ ਕੱਪੜਾ ਜਿਹਦੇ ਵਿੱਚ ਕੋਈ ਵੀ ਟੱਕ ਨਹੀਂ ਸੀ। ਸੇਮ ਵੇ when you are holy, ਤੁਹਾਡੀ ਪਵਿੱਤਰਤਾ ਹੀ ਗੰਦਗੀ ਵਿੱਚ ਨਹੀਂ, ਸਫਾਈ ਦੇ ਵਿੱਚ ਨਜ਼ਰ ਆਉਂਦੀ ਹੈ। ਆਪਾਂ ਸੁਣਦੇ ਹਾਂ ਨਾ cleanliness is godliness, ਇਹ ਸਿੰਪਲੀ ਨਹੀਂ ਪ੍ਰੋਵਰਬਸ ਬਣਾਈਆਂ ਗਈਆਂ, it has a meaning। if you are in God, when like we go to church, ਕੈਪਰੀ ਪਾ ਕੇ ਜਾਓਗੇ, that means you are not going to church, you are going to see a match ਜੋ ਕਿ ਚੱਲ ਰਿਹਾ, ਜੇ ਤੁਹਾਨੂੰ ਖੜਾਇਆ ਨਹੀਂ ਗਿਆ ਤੇ ਤੁਸੀਂ ਉੱਥੇ ਬਾਹਰ ਬਹਿ ਕੇ ਕਮੈਂਟ ਮਾਰ ਦਿੰਦੇ ਆ ਬੈਟਿੰਗ ਕਰਦਾ ਪਿਆ ਕੋਈ। ਤੇ ਕਈ ਲੋਕ ਇਦਾਂ ਹੁੰਦੇ, those who don't get ready and go, ਉਹ ਕਹਿੰਦਾ ਪਾਕਮਾਸ ਚੱਲ ਰਹੀ ਹੈ ਇੱਥੇ ਦੂਜਾ, ਹਾਂ ਫਿਰ ਅੱਜ ਰਾਤ ਨੂੰ ਕੀ ਬਣਾਇਆ, ਤੇ ਕੱਲ ਫਿਰ ਜਦੋਂ ਗਏ ਸੀ ਮੈਂ ਤੁਹਾਨੂੰ ਕੱਲ ਉੱਥੇ ਮਾਰਕੀਟ ਚ ਦੇਖਿਆ ਸੀ। ਇਹ ਪਾਕਮਾਸ ਜਗ੍ਹਾ ਨਹੀਂ ਹੈ ਉਹ ਸਭ ਡਿਸਕਸ ਕਰਨ ਦੀ, that is devotion what they get, no there is no devotion। ਪਰ ਜਿਹੜਾ ਰੈਡੀ ਹੋ ਕੇ ਆਉਂਦਾ ਹੈ ਸੰਡੇ ਬੈਸਟ ਕਲੋਥ ਚ ਆਉਂਦਾ, ਉਹਨੂੰ ਪਤਾ ਹੈ ਕਿ ਆਈ ਐਮ ਗੋਇੰਗ ਫॉर ਅ ਸੈਲੀਬ੍ਰੇਸ਼ਨ, ਖੁਦਾ ਦਾ ਯੂਕਰਿਸਟਿਕ ਸੈਲੀਬ੍ਰੇਸ਼ਨ,
ਤੇ ਉਹਦੇ ਵਿੱਚ ਇਹ ਜਿਹੜੇ ਲੋਕ ਨੇ ਇੱਕਦਮ ਸ਼ਾਂਤੀ ਨਾਲ ਬਹਿੰਦੇ ਨੇ। ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ ਕਿ ਅੱਗੇ ਜਾ ਕੇ ਬਹਿਣਾ, ਉਹ ਆਪਣੇ ਬੱਚਿਆਂ ਨੂੰ ਸਮਝਾਉਂਦੇ ਨੇ ਕਿ ਪਾਕਮਾਸ ਕੀ ਹੈ। ਬਿਲਕੁਲ ਉਸੇ ਤਰ੍ਹਾਂ ਜੋ ਤੁਹਾਡੀ ਪਾਕੀਜ਼ਗੀ ਉਹ ਪੁਰਾਣੇ ਪਾਟੇ ਕੱਪੜਿਆਂ 'ਚ ਨਹੀਂ ਹੈ, ਆਪਣੇ ਆਪ ਨੂੰ ਗਿਰਿਆ ਹੋਇਆ ਦਿਖਾਉਣ 'ਚ ਨਹੀਂ ਹੈ। ਤੁਹਾਡੀ ਪਾਕੀਜ਼ਗੀ ਹੈ ਆਪਣੇ ਆਪ ਨੂੰ ਦਿਖਾਉਣ 'ਚ ਕਿ ਮੈਂ ਉਸ ਖੁਦਾ ਦੀ ਸੰਤਾਨ ਹਾਂ ਜਿਹਨੇ ਮੈਨੂੰ ਆਪਣੇ ਸਲੀਬ ਦੇ ਰਾਹੀਂ, ਕੁਰਬਾਨੀ ਦੇ ਰਾਹੀਂ ਬਚਾਇਆ। ਜਦੋਂ ਲੋਕ ਤੁਹਾਨੂੰ ਦੇਖਣ, ਦੇ ਸ਼ੁੱਡ ਫੀਲ ਕਿ ਤੁਸੀਂ ਖੁਦਾ ਦੇ ਸੰਤਾਨ ਹੋ। ਮੈਂ ਆਪਣੀ ਪੈਰਿਸ਼ 'ਚ, ਹਰ ਪੈਰਿਸ਼ 'ਚ ਕਹਿਣਾ ਕਿ ਮੈਂ ਨਹੀਂ ਚਾਹੁੰਦਾ ਕਿ ਹੁਣ ਮੇਰੇ ਜਿਹੜੇ ਬੱਚੇ ਨੇ, ਅੱਗੇ ਆਉਣ ਵਾਲੀ ਜੋ ਪੀੜ੍ਹੀ ਹੈ, ਕੋਈ ਡਰਾਈਵਰ ਲੱਗਾ ਹੋਵੇ ਜਾਂ ਕੋਈ ਮਾਲੀ ਲੱਗਾ ਹੋਵੇ। ਮੈਂ ਚਾਹੁੰਦਾ ਕਿ ਜੋ ਮੇਰੇ ਬੱਚੇ, ਕੋਈ ਡੀਸੀ ਲੱਗਾ ਹੋਵੇ, ਕੋਈ 에ਅਰਫੋਰਸ 'ਚ ਹੋਵੇ, ਕੋਈ ਮਿਲਟਰੀ 'ਚ ਹੋਵੇ, ਕੋਈ ਡਾਕਟਰ ਹੋਵੇ, ਤੇ ਮੇਰਾ ਦਿਲ ਕਰੇ ਕਿ ਮੈਂ ਉਹਨਾਂ ਨੂੰ ਸਲੂਟ ਮਾਰਾਂ। ਉਹ ਸਲੂਟ ਉਹ ਹੋਏਗਾ ਖੁਸ਼ੀ ਦਾ ਕਿ ਆਹ ਹੈ ਮੇਰੇ ਯਿਸੂ ਦੀ ਸੰਤਾਨ। ਅਸੀਂ ਰਾਜਿਆਂ ਦੀ ਸੰਤਾਨ ਆ, ਰਾਜਿਆਂ ਦੀ। ਸੋ ਵੀ ਆਰ ਸਪੋਜ਼ ਟੂ ਬੀ that much blessed। ਇਸ ਲਈ ਚੰਗੀ ਤਰ੍ਹਾਂ ਪੜ੍ਹਨਾ ਲਿਖਣਾ। ਆਈ ਟੈਲ ਐਵਰੀਬਡੀ ਡੋਂਟ ਵੇਸਟ ਯੋਰ ਲਾਈਫ। ਇਹ ਸਭ ਚੀਜ਼ਾਂ ਕਦੋਂ ਪੂਰੀਆਂ ਹੋਣਗੀਆਂ? ਜੇ ਤੁਸੀਂ ਗੁਨਾਹ ਤੋਂ ਮੁਕਤ ਹੋਵੋਗੇ। ਗੁਨਾਹ ਤੋਂ ਮੁਕਤ ਕਿੱਦਾਂ ਹੋਵੋਗੇ? ਤੁਸੀਂ ਇਤਰਾਫ ਕਰੋਗੇ। ਜਦੋਂ ਇਤਰਾਫ ਕਰ ਲਓਗੇ ਤੇ ਤੁਸੀਂ ਪਾਕਮਾਸ ਦੀ ਕੁਰਬਾਨੀ ਵਿੱਚ ਯੋਗਤਾ ਨਾਲ ਹਿੱਸਾ ਲਵੋਗੇ, ਤੇ ਜਿਹਦੇ ਵਿੱਚ ਬਦਨ ਤੇ ਲਹੂ ਹੈ, ਉਹ ਬੜੇ ਹੀ ਆਸਾਨੀ ਦੇ ਨਾਲ ਖੁਦਾ ਦੇ ਕਲਾਮ ਨੂੰ ਸਮਝੇਗਾ, ਜੀਏਗਾ, ਅਹਿਸਾਸ ਕਰੇਗਾ ਅਤੇ ਉਹਦੇ ਉੱਤੇ ਆਪਣੇ ਆਪ ਨੂੰ ਨਿਰਧਾਰਿਤ ਕਰੇਗਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਫਾਦਰ। ਬਹੁਤ ਅੱਛੀ ਸ਼ੇਅਰਿੰਗ ਤੁਸੀਂ ਦਿੱਤੀ ਆਪਣੇ